ਮਨ ਚਾਉ ਭਇਆ ਪ੍ਰਭ ਆਗਮ ਸੁਨਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਵੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਮਰ ਗਏ ਸਰਬੈ ਭਾਵੈ ਪੁਨ ਸੰਗਤ ਤੁਮਰੇ ਟਿਕ ਆਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ ਤੇ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ। ਪਾਤਸ਼ਾਹ ਜੀਆਂ ਨੇ ਇਹ ਬਚਨ ਗੁਰਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੇ। ਅੱਜ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਸੋਢੀ ਕੁੱਲ ਨੂੰ ਭਾਗ ਲਾਉਣ ਵਾਲੇ ਐਸੇ ਸਤਿਗੁਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਅੱਜ ਦੇ ਦਿਨ ਲਾਹੌਰ ਸ਼ਹਿਰ ਦੇ ਅੰਦਰ ਚੂਨਾ ਮੰਡੀ ਬਾਜ਼ਾਰ ਜੋ ਹੈ ਉਸ ਦੇ ਵਿੱਚ ਬਾਬਾ ਹਰਦਾਸ ਮੱਲ ਜੀ ਅਤੇ ਮਾਤਾ ਦਇਆ ਕੌਰ ਜੀ ਤਿੰਨਾਂ ਦੇ ਘਰ ਨੂੰ ਭਾਗ ਲਾਉਂਦਿਆਂ ਹੋਇਆਂ 2 ਨਵੰਬਰ 1534 ਈਸਵੀ ਜੋ ਹੈ ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਸੰਸਾਰ ਵਿੱਚ ਆਏ ਸੰਸਾਰ ਦਾ ਭਲਾ ਕਰਨ ਵਾਸਤੇ। ਸਤਿਗੁਰਾਂ ਦੇ ਜੀਵਨ ਦੀਆਂ ਵੀ ਆਪਾਂ ਵਿਚਾਰਾਂ ਸਰਵਣ ਕਰਾਂਗੇ ਔਰ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀਆਂ ਦਾ ਇਤਿਹਾਸ ਜੋ ਲੜੀਵਾਰ ਚੱਲ ਰਿਹਾ ਹੈ ਆਪਾਂ ਸਰਵਣ ਕਰ ਰਹੇ ਹਾਂ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸੰਗਤਾਂ ਵਿੱਚ ਪ੍ਰਗਟ ਹੋ ਗਿਆ ਗੁਰੂ ਤੇਗ ਬਹਾਦਰ ਜੀ, ਜਿਹੜੇ ਪਖੰਡੀ ਸਨ ਜਾਂ ਜਿਹੜੇ ਝੂਠੇ ਗੁਰੂ ਸਨ ਸਤਿਗੁਰਾਂ ਦੇ ਪ੍ਰਤਾਪ ਨੂੰ ਸਹਿ ਨਹੀਂ ਸਕੇ ਤੇ ਇਕੱਠੇ ਹੋ ਕੇ ਵਿਉਂਤਾਂ ਬਣਾਉਂਦੇ ਨੇ ਵੀ ਹੁਣ ਕੀ ਕਰੀਏ। ਇਹਨਾਂ ਨੇ ਸਲਾਹ ਇਹ ਬਣਾਈ ਹੈ ਕਿ ਗੁਰੂ ਤੇਗ ਬਹਾਦਰ ਦੇ ਘਰ ਵਿੱਚੋਂ ਸਮਾਨ ਚੁੱਕ ਕੇ ਲੈ ਆਈਏ ਅਤੇ ਮੌਕਾ ਵੇਖ ਕੇ ਸਤਿਗੁਰਾਂ ਦੇ ਉੱਪਰ ਗੋਲੀ ਚਲਾ ਦਈਏ। ਹਾਲੇ ਉਹਨਾਂ ਦੀ ਸੰਗਤ ਵਿੱਚ ਬਹੁਤੀ ਜਾਣ ਪਛਾਣ ਬਣੀ ਨਹੀਂ ਹੈ। ਜੇ ਹੁਣੇ ਆਪਾਂ ਮਾਰ ਦੇਵਾਂਗੇ ਤੇ ਆਪਾਂ ਨੂੰ ਕੋਈ ਪੁੱਛਣ ਵਾਲਾ ਜਾਂ ਕਹਿਣ ਵਾਲਾ ਨਹੀਂ ਹੋਵੇਗਾ। ਐਸੇ ਬਚਨ ਜਿਹੜੇ ਨੇ ਆਪਾਂ ਪਿੱਛੇ ਸਰਵਣ ਕੀਤੇ। ਧੀਰਮਲ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਗੁਰੂ ਕੁਲ ਵਿੱਚੋਂ ਹੀ ਹੈ। ਇਹਦਾ ਇੱਕ ਮਸੰਦ ਹੈ, ਨਾਮ ਹੈ ਛੀਆਂ ਮਸੰਦ।
ਇਹ ਸਾਰਿਆਂ ਨੂੰ ਪ੍ਰੇਰਦਾ ਪਿਆ ਵੀ ਆਪਾਂ ਨੂੰ ਗੋਲੀ ਚਲਾਉਣੀ ਚਾਹੀਦੀ ਹੈ। ਕਿਵੇਂ ਵਿਉਂਤਬੰਦੀ ਬਣਾ ਰਹੇ ਨੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਮਰਗੇ ਸਰਪੈ ਪਾਵੈ। ਇਸ ਨੇ ਸਲਾਹ ਦਿੱਤੀ ਹੈ, ਜੇ ਆਪਾਂ ਇੱਕ ਬੰਦੇ ਤੇ ਗੋਲੀ ਚਲਾ ਦਈਏ, ਗੁਰੂ ਤੇਗ ਬਹਾਦਰ ਤੇ ਗੋਲੀ ਚਲਾਵਾਂਗੇ, ਗੋਲੀ ਵੱਜਣ ਕਰਕੇ ਉਹਨਾਂ ਦੀ ਮੌਤ ਹੋ ਜਾਣੀ ਹੈ। ਤੇ ਜਿਹੜੇ ਹੋਰ ਪਖੰਡੀ ਗੁਰੂ ਨੇ, ਹੋਰ ਕੱਚੇ ਗੁਰੂ ਨੇ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹ ਵੀ ਉਹ ਵੀ ਡਰ ਜਾਣਗੇ ਵੀ ਜੇ ਗੁਰੂ ਤੇਗ ਬਹਾਦਰ ਤੇ ਗੋਲੀ ਚੱਲ ਸਕਦੀ ਹੈ, ਸਾਡੇ ਤੇ ਵੀ ਚੱਲ ਸਕਦੀ ਹੈ। ਕੱਲਾ ਗੁਰੂ ਤੇਗ ਬਹਾਦਰ ਤੇ ਗੋਲੀ ਚਲਾਉਣ ਦੇ ਨਾਲ ਇੱਕ ਤੇ ਗੁਰੂ ਨੂੰ ਅਸੀਂ ਮਾਰ ਸਕਦੇ ਹਾਂ, ਦੂਜਾ ਜਿਹੜੇ ਹੋਰ ਗੁਰੂ ਬਣਨ ਦਾ ਦਾਅਵਾ ਕਰਦੇ ਨੇ, ਹੱਕ ਜਤਾਉਂਦੇ ਨੇ, ਉਹ ਸਾਰੇ ਡਰ ਜਾਣਗੇ ਔਰ ਚੁੱਪ ਕਰਕੇ ਬੈਠ ਜਾਣਗੇ। ਹੁਣ ਸੰਗਤ ਤੁਮਰੇ ਢਿਗ ਆਵੈ। ਛੀਆਂ ਮਸੰਦ ਕਹਿ ਰਿਹਾ, ਕਹਿੰਦਾ ਧੀਰਮਲ ਜਦੋਂ ਗੁਰੂ ਰਿਹਾ ਹੀ ਕੋਈ ਨਾ, ਗੁਰੂ ਤੇਗ ਬਹਾਦਰ ਨੂੰ ਆਪਾਂ ਮਾਰ ਦੇਣਾ, ਬਾਕੀਆਂ ਨੇ ਡਰ ਜਾਣਾ, ਤੇ ਫਿਰ ਇੱਕ ਕੱਲਾ ਤੂੰ ਹੀ ਦਾਅਵੇਦਾਰ ਹੈ, ਤੇ ਫਿਰ ਸਾਰੀ ਸੰਗਤ ਤੇਰੇ ਕੋਲ ਆਵੇਗੀ, ਤੈਨੂੰ ਆ ਕੇ ਮੱਥਾ ਟੇਕੇਗੀ ਕਿ ਤੂੰ ਗੁਰੂ ਬਣ ਜਾਣਾ ਹੈ। ਚੌਂ ਦਿਸ ਕੀ ਪੂਜਾ ਪੁੰਨ ਪਾਏ। ਚਾਰ ਚਫੇਰਿਓਂ ਪੂਜਾ ਦਾ ਧਨ ਤੇਰੇ ਕੋਲ ਆਵੇਗਾ। ਜਦੋਂ ਗੁਰੂ ਤੂੰ ਬਣ ਕੇ ਪ੍ਰਗਟ ਹੋਇਆ, ਗੁਰੂ ਤੇਗ ਬਹਾਦਰ ਸਰੀਰ ਛੱਡ ਗਏ, ਪਖੰਡੀ ਗੁਰੂਆਂ ਨੇ ਡਰ ਕੇ ਬੈਠ ਜਾਣਾ, ਤੇ ਫਿਰ ਚਾਰ ਦਿਸ਼ਾਵਾਂ ਤੋਂ ਉੱਤਰ, ਦੱਖਣ, ਪੂਰਬ, ਪੱਛਮ ਦੀਆਂ ਦਿਸ਼ਾਵਾਂ ਵਿੱਚ ਜਿੰਨੀਆਂ ਸਿੱਖ ਸੰਗਤਾਂ ਰਹਿੰਦੀਆਂ, ਉਹ ਸਾਰੀਆਂ ਮਾਇਆ ਲੈ ਕੇ ਤੁਹਾਡੇ ਕੋਲ ਆਉਣਗੀਆਂ ਤੇ ਤੁਹਾਨੂੰ ਮਾਇਆ ਲਿਆ ਕੇ ਭੇਟ ਕਰਨਗੀਆਂ। ਤੁਹਾਨੂੰ ਪਦਾਰਥਾਂ ਦੀ ਕਮੀ ਨਹੀਂ ਰਹਿਣੀ ਹੈ। ਲੇਹੋ ਬਾਹਨੀ ਬ੍ਰਿੰਦ ਬਣਾਏ। ਤੇ ਜਦੋਂ ਤੁਹਾਡੇ ਕੋਲ ਆ ਗਈ ਮਾਇਆ, ਫਿਰ ਆਪਾਂ ਕੀ ਕਰਨਾ? ਹਾਲੇ ਮਾਇਆ ਆਈ ਨਹੀਂ ਹੈ, ਹਾਲੇ ਤੇ ਆਉਣ ਦੀ ਗੱਲ ਹੁੰਦੀ ਪਈ ਹੈ, ਪਰ ਜੇ ਮਾਇਆ ਆ ਗਈ ਫਿਰ ਕੀ ਕਰਨਾ, ਉਹ ਵੀ ਸਲਾਹ ਇਹਨਾਂ ਨੇ ਬਣਾ ਲਈ ਹੈ। ਜਦੋਂ ਮਾਇਆ ਆਵੇਗੀ, ਪੈਸਾ ਆਵੇਗਾ, ਫਿਰ ਆਪਾਂ ਆਪਣੀਆਂ ਫੌਜਾਂ ਤਿਆਰ ਕਰਾਂਗੇ, ਸੂਰਮੇ ਤਿਆਰ ਕਰਾਂਗੇ, ਤੇ ਫਿਰ ਆਪਾਂ ਇਲਾਕੇ ਤੇ ਰਾਜ ਕਰਾਂਗੇ, ਫਿਰ ਆਪਾਂ ਰਾਜੇ ਬਣ ਜਾਵਾਂਗੇ। ਪਰ ਇਹ ਸਾਰਾ ਕੁਝ ਤਾਂ ਹੋ ਸਕਦਾ ਹੈ ਜੇ ਆਪਾਂ ਗੁਰੂ ਤੇਗ ਬਹਾਦਰ ਦੇ ਉੱਪਰ ਗੋਲੀ ਚਲਾਈਏ ਤੇ ਗੁਰੂ ਬਣ ਕੇ ਪੂਜਾ ਕਰਵਾ ਕੇ ਫਿਰ ਫੌਜਾਂ ਕੋਲ ਰੱਖ ਲੈਣੀਆਂ ਹਨ। ਛਤ ਸੰਸਰੇ ਅਯੁੱਤ ਸੋ ਲੱਛ। ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਜਿਹੜੇ ਫੂਰਮੇ ਨੇ, ਸੈਂਕੜੇ ਹਜ਼ਾਰਾਂ ਦੀ ਗਿਣਤੀ, ਜਿਹੜਾ ਹੈ ਸਾਡੇ ਕੋਲ ਫੌਜ ਹੋਵੇਗੀ, ਇੰਨੀ ਫੌਜ ਰੱਖਾਂਗੇ ਕਿ 10-10 ਹਜ਼ਾਰਾਂ, 10-10 ਹਜ਼ਾਰ ਦੀ ਗਿਣਤੀ ਦੇ ਟੋਲੇ ਬਣਾਵਾਂਗੇ, ਟੁਕੜੀਆਂ ਬਣਾਵਾਂਗੇ ਫੌਜ ਦੀਆਂ, ਏਡੀ ਵੱਡੀ ਫੌਜ ਆਪਾਂ ਰੱਖ ਲੈਣੀ ਹੈ। ਆਦ ਦਰਬ ਨਹਿ ਰਹਿ ਪਰਛਤ ਪਰਪਛ। ਕਹਿਣ ਲੱਗੇ ਆਏ ਦਰਬ, ਫਿਰ ਮਾਇਆ ਆਵੇਗੀ ਫੌਜ ਦੇ ਨਾਲ, ਬਹੁਤੀ ਮਾਇਆ ਲੋਕ ਵੇਖ ਕੇ ਸਾਨੂੰ ਦੇਣਗੇ। ਨਹਿ ਰਹਿ ਪ੍ਰਤੱਛ, ਤੇ ਕੋਈ ਵੀ ਸਾਡੇ ਤੋਂ ਫਿਰ ਛੁਪਿਆ ਨਹੀਂ ਰਹੇਗਾ। ਜਦੋਂ ਮਾਇਆ ਕੋਲ ਹੋ ਗਈ ਤੇ ਫਿਰ ਸਾਡੇ ਤੋਂ ਕੋਈ ਛੁਪ ਕੇ ਨਹੀਂ ਰਹਿ ਸਕਦਾ ਹੈ। ਕਰੋ ਖਰੀਦ ਅਸਵ ਸਮੁਦਾਏ। ਜਦੋਂ ਮਾਇਆ ਆਵੇਗੀ ਫਿਰ ਆਪਾਂ ਘੋੜੇ ਖਰੀਦਾਂਗੇ, ਕਿਉਂਕਿ ਫੌਜ ਨੂੰ ਵੀ ਘੋੜੇ ਚਾਹੀਦੇ, ਸਾਨੂੰ ਵੀ ਚਾਹੀਦੇ, ਚੇਲੇ ਚਾਟਿਆਂ ਨੂੰ ਵੀ ਘੋੜੇ ਚਾਹੀਦੇ, ਫਿਰ ਆਪਾਂ ਘੋੜੇ ਖਰੀਦ ਲੈਣੇ ਹਨ। ਚੜੋ ਸੈਨ ਜੁੱਤ ਆਪ ਸਹਾਏ। ਇਸ ਕਰਕੇ ਧੀਰਮਲ ਦੀ ਫਿਰ ਤੂੰ ਫੌਜ ਇਕੱਠੀ ਕਰਕੇ, ਤੇਰੀ ਫੌਜ ਤੇਰੇ ਪਿੱਛੇ ਪਿੱਛੇ ਘੋੜਿਆਂ ਦੇ ਉੱਪਰ ਚੱਲੇਗੀ, ਤੂੰ ਅੱਗੇ ਅੱਗੇ ਆਪਣਾ ਘੋੜਾ ਲਾ ਕੇ ਚੱਲੇਗਾ, ਤੇਰੀ ਫੌਜ ਤੇਰੇ ਮਗਰ ਮਗਰ ਚੱਲੇਗੀ। ਪਰ ਇਹ ਸਾਰਾ ਕੁਝ ਤਾਂ ਹੋਣਾ ਜੇ ਗੁਰੂ ਤੇਗ ਬਹਾਦਰ ਨੂੰ ਗੋਲੀ ਮਾਰ ਕੇ ਮਾਰ ਦਈਏ, ਬਾਕੀ ਗੁਰੂ ਡਰ ਕੇ ਭੱਜ ਜਾਣਗੇ, ਔਰ ਤੂੰ ਗੁਰੂ ਬਣ ਕੇ ਫਿਰ ਦੁਨੀਆ ਵਿੱਚ ਪ੍ਰਸਿੱਧ ਹੋਵੇਂਗਾ, ਫਿਰ ਤੂੰ ਫੌਜ ਵੀ ਰੱਖ ਸਕਦਾ, ਸਭ ਕੁਝ ਕਰ ਸਕਦਾ ਹੈ। ਰੋਜ ਮਤੰਗ ਕਰੋ ਅਸਵਾਰੀ। ਇੱਥੇ ਹੀ ਬਸ ਨਹੀਂ, ਘੋੜਿਆਂ ਤੋਂ ਬਾਅਦ ਵਿੱਚ ਫਿਰ ਆਪਾਂ ਹਾਥੀ ਲੈ ਲਵਾਂਗੇ, ਬੜੇ ਬੜੇ ਸੋਹਣੇ ਹਾਥੀ, ਉੱਚੇ ਉੱਚੇ ਹਾਥੀ। ਉਹਨਾਂ ਹਾਥੀਆਂ ਤੇ ਬੈਠ ਕੇ ਫਿਰ ਧੀਰਮਲ ਤੂੰ ਤੁਰਿਆ ਫਿਰਿਆ ਕਰ, ਸੈਰ ਕਰਿਆ ਕਰ। ਮੇਘ ਡੰਬਰ ਪਾਏ ਸ਼ਿੰਗਾਰੀ। ਤੇ ਕਹਿਣ ਲੱਗੇ ਵੀ ਉਹਨਾਂ ਦੇ ਉੱਪਰ ਫਿਰ ਬੜੀ ਸੋਹਣਾ ਸ਼ਿੰਗਾਰਿਆ ਜਾਵੇਗਾ। ਹਾਥੀ ਦੇ ਉੱਪਰ ਇੱਕ ਹੌਦਾ ਪਾਇਆ ਹੁੰਦਾ, ਅੰਬਾਰੀ ਪਾਈ ਹੁੰਦੀ ਹੈ, ਬੜੀ ਸੋਹਣੀ ਅੰਬਾਰੀ ਹਾਥੀ ਉੱਪਰ ਪਾਏ ਜਾਏਗੀ। ਉਹਨਾਂ ਉੱਪਰ ਸੋਹਣੀਆਂ ਸੋਹਣੀਆਂ ਚਾਦਰਾਂ ਤੇ ਗਲੀਚੇ ਵਿਛਾਏ ਜਾਣਗੇ। ਉਹ ਸੋਹਣੀਆਂ ਚਾਦਰਾਂ ਦੇ ਉੱਪਰ ਫਿਰ ਧੀਰਮਲ ਬੈਠ ਕੇ ਤੇ ਨਗਰ
ਨਗਰਾਂ ਦੀ ਪਿੰਡਾਂ ਦੀ ਸੈਰ ਕਰਿਆ ਕਰੇਗਾ। ਛਿਤ ਮੈਂ ਤੁਮਰੋ ਛਾਏ ਪ੍ਰਤਾਪ। ਤੇ ਇਸ ਧਰਤੀ ਤੇ ਤੇਰਾ ਪ੍ਰਤਾਪ ਵੱਧ ਜਾਣਾ। ਜਦੋਂ ਤੂੰ ਗੁਰੂ ਬਣ ਗਿਆ, ਪੈਸਾ ਆ ਗਿਆ, ਘੋੜੇ ਰੱਖ ਲੈ, ਹਾਥੀ ਰੱਖ ਲੈ, ਫੌਜਾਂ ਰੱਖ ਲਈਆਂ, ਤੇ ਤੇਰਾ ਧਰਤੀ ਤੇ ਪ੍ਰਤਾਪ ਬੜਾ ਹੋ ਜਾਣਾ। ਧਰਤੀ ਦੇ ਲੋਕ ਤੈਨੂੰ ਨਮਸਕਾਰਾਂ ਕਰਨਗੇ, ਤੇਰੀ ਜੈ ਜੈਕਾਰ ਕਰਨਗੇ। ਇਹ ਸਾਰਾ ਕੁਝ ਹੋ ਜਾਣਾ ਹੈ। ਧਰੇ ਭਰਾਤ ਢਿਗ ਆਵੇ ਆਪ। ਤੇ ਕਹਿਣ ਲੱਗੇ ਜੇ ਤੇਰੇ ਭਰਾ ਨੇ ਜਿਹੜੇ ਅੱਜ ਤੇਰੇ ਨਾਲ ਧੀਰ ਮੱਲ ਵੈਰ ਕਰਦੇ, ਜਿਹੜੇ ਤੇਰੇ ਭਰਾ ਅੱਜ ਕਹਿੰਦੇ ਵੀ ਅਸੀਂ ਗੁਰੂ ਆ, ਅਸੀਂ ਗੁਰੂ ਆ, ਜਦੋਂ ਤੂੰ ਫੌਜ ਰੱਖ ਲਈ, ਸ਼ਕਤੀਸ਼ਾਲੀ ਹੋ ਗਿਆ, ਤੇਰੇ ਭਰਾਵਾਂ ਨੇ ਤੇਰੇ ਕੋਲੋਂ ਡਰ ਜਾਣਾ। ਉਹਨਾਂ ਨੇ ਆਪੇ ਭੱਜ ਭੱਜ ਕੇ ਤੇਰੇ ਕੋਲ ਆਉਣਾ ਵੀ ਨਹੀਂ ਸਾਨੂੰ ਮਾਫ ਕਰ ਦੇ, ਅਸੀਂ ਗੁਰੂ ਨਹੀਂ, ਤੂੰ ਸਾਨੂੰ ਆਪਣੇ ਨੌਕਰ ਹੀ ਰੱਖ ਲਾ। ਤੇ ਫਿਰ ਤੇਰੀ ਜੈ ਜੈਕਾਰ ਹੋਣੀ ਹੈ। ਏਸ਼ੀਆ ਨਾਮ ਦਾ ਜਿਹੜਾ ਮਸੰਦ ਹੈ ਨਾ, ਸੁਪਨੇ ਵਿਖਾਉਂਦਾ ਪਿਆ ਧੀਰ ਮੱਲ ਨੂੰ ਵੀ ਇਸ ਤਰ੍ਹਾਂ ਹੋਵੇਗਾ, ਫੌਜਾਂ ਆ ਜਾਣਗੀਆਂ, ਲੋਕ ਤੇਰੇ ਕੋਲੋਂ ਡਰਿਆ ਕਰਨਗੇ, ਔਰ ਡਰ ਡਰ ਕੇ ਫਿਰ ਤੇਰੀ ਗੱਲ ਤੇਰੇ ਭਰਾ ਵੀ ਮੰਨਣਗੇ, ਹੋਰ ਸ਼ਰੀਕਾ ਕਬੀਲਾ ਵੀ ਤੇਰੇ ਕਹਿਣੇ ਦੇ ਵਿੱਚ ਚੱਲੇਗਾ। ਤੁਰਕੇਸ਼ਰ ਸੋ ਸੰਤ ਕਰੀ ਜਾ। ਤੇ ਫਿਰ ਜਿਹੜਾ ਤੁਰਕਾਂ ਦਾ ਬਾਦਸ਼ਾਹ, ਮੁਗਲਾਂ ਦਾ ਬਾਦਸ਼ਾਹ ਜਿਹੜਾ ਔਰੰਗਜ਼ੇਬ ਹੈ, ਉਹਦੇ ਨਾਲ ਆਪਾਂ ਗੰਢ ਤੁੱਪ ਕਰ ਲੈਣੀ ਹੈ, ਕਿਉਂਕਿ ਉਹਦੇ ਕੋਲ ਵੀ ਫੌਜਾਂ ਨੇ, ਉਹਦੇ ਕੋਲ ਵੀ ਮਾਇਆ, ਉਹਦੇ ਕੋਲ ਵੀ ਦੇਸ਼ ਹੈ। ਜਦੋਂ ਆਪਾਂ ਵੀ ਫੌਜ ਰੱਖ ਲਈ, ਫਿਰ ਆਪਾਂ ਉਹਦੇ ਨਾਲ ਦੋਸਤੀ ਬਣਾ ਲਵਾਂਗੇ, ਉਹਦੇ ਨਾਲ ਮਿੱਤਰਤਾ ਗੰਢ ਲਵਾਂਗੇ, ਉਹਦੇ ਨਾਲ ਫਿਰ ਆਪਣਾ ਜਿਹੜਾ ਹੈ ਉੱਠਣਾ ਬੈਠਣਾ ਹੋਵੇਗਾ। ਇਸ ਤਰ੍ਹਾਂ ਧੀਰ ਮੱਲ ਨੂੰ ਇਹਦੇ ਜਿਹੜੇ ਨਾਲ ਦੇ ਬੰਦੇ ਵਿਅਕਤੀ ਨੇ ਉਹ ਦੱਸਦੇ ਪਏ ਹਨ। ਬਹੁ ਮੋਲੀ ਵਸਤੂ ਦੇ ਦੀਜੈ। ਤੇ ਜਦੋਂ ਆਪਣਾ ਔਰੰਗਜ਼ੇਬ ਦੇ ਨਾਲ ਹੋਇਆ ਮਿਲਾਪ, ਤੇ ਆਪਾਂ ਉਸ ਨੂੰ ਬਹੁਤ ਮਹਿੰਗੀ ਵਸਤੂ ਕੋਈ ਭੇਟ ਕਰਾਂਗੇ, ਜਿਹਨੂੰ ਵੇਖ ਕੇ ਬਾਦਸ਼ਾਹ ਔਰੰਗਜ਼ੇਬ ਖੁਸ਼ ਹੋਵੇਗਾ ਔਰ ਖੁਸ਼ ਹੋ ਕੇ ਸਾਡੇ ਨਾਲ ਮਿੱਤਰਤਾ ਕਰ ਲਵੇਗਾ। ਇਸ ਤਰ੍ਹਾਂ ਜਿਹੜੇ ਮਸੰਦ ਨੇ ਨਾ, ਉਹ ਧੀਰ ਮੱਲ ਨੂੰ ਕੇਵਲ ਹਵਾ ਹੀ ਖਵਾਉਂਦੇ ਪਏ ਨੇ, ਉਹਨੂੰ ਹੋਰ ਤਾਂ ਚੁੱਕਣ ਵਾਸਤੇ ਵੀ ਇਸ ਤਰ੍ਹਾਂ ਹੋਵੇਗਾ, ਇਸ ਤਰ੍ਹਾਂ ਹੋਵੇਗਾ। ਇਹ ਸੁਪਨੇ ਦਿਖਾਉਂਦੇ ਨੇ ਵੀ ਇਸ ਤਰ੍ਹਾਂ ਤੂੰ ਨਜ਼ਾਰੇ ਲੈ ਸਕਦਾ ਹੈ। ਤਿਸ ਅਨੁਸਾਰ ਹੋਏ ਕਰਨੀਤ। ਤੇ ਉਸ ਵੇਲੇ ਬਾਦਸ਼ਾਹ ਜਿਹੜਾ ਉਹ ਫਿਰ ਤੇਰੇ ਅਨੁਸਾਰ ਹੀ ਹੋ ਜਾਏਗਾ। ਜਦੋਂ ਬਾਦਸ਼ਾਹ ਨੂੰ ਆਪਾਂ ਮਹਿੰਗੀ ਕੋਈ ਚੀਜ਼ ਭੇਟ ਕੀਤੀ, ਕੋਈ ਗਿਫਟ ਦਿੱਤਾ, ਤੇ ਔਰੰਗਜ਼ੇਬ ਨੇ ਉਸ ਵੇਲੇ ਫਿਰ ਆਪਣੇ ਅਧੀਨ ਹੋ ਜਾਣਾ ਹੈ। ਤੇ ਜਦੋਂ ਬਾਦਸ਼ਾਹ ਔਰੰਗਜ਼ੇਬ ਆਪਣੀ ਮੰਨਣ ਲੱਗ ਪਿਆ, ਤੇ ਫਿਰ ਸਾਰੇ ਹਿੰਦੁਸਤਾਨਾਂ ਵਿੱਚ ਆਪਣੀ ਗੱਲ ਮੰਨੀ ਜਾਣੀ ਹੈ, ਸਾਰੇ ਲੋਕ ਆਪਣੇ ਕਹਿਣ ਨੂੰ ਉਸ ਵੇਲੇ ਮੰਨਣਗੇ। ਅਪਰ ਕਰੋ ਜਿਮ ਭਾਵਤੀ। ਤੇ ਜਦੋਂ ਬਾਦਸ਼ਾਹ ਔਰੰਗਜ਼ੇਬ ਸਾਡੇ ਹੱਥਾਂ ਵਿੱਚ ਆ ਗਿਆ, ਫਿਰ ਆਪਾਂ ਜੋ ਚਾਹੀਏ ਕਰ ਸਕਦੇ ਆ, ਕਿਉਂਕਿ ਡਰ ਤੇ ਬਾਦਸ਼ਾਹ ਦਾ ਹੀ ਹੈ ਨਾ ਵੀ ਜੇ ਕੋਈ ਮਾੜਾ ਕਰਮ ਕਰਾਂਗੇ ਤੇ ਬਾਦਸ਼ਾਹ ਸਜ਼ਾ ਦੇਵੇਗਾ। ਤੇ ਜਦੋਂ ਬਾਦਸ਼ਾਹ ਦੇ ਨਾਲ ਸਾਡਾ ਬਹਿਣਾ ਉੱਠਣਾ ਹੋ ਗਿਆ, ਬੁਰਕੀ ਰੋਟੀ ਸਾਂਝੀ ਹੋ ਗਈ, ਤੇ ਫਿਰ ਸਾਨੂੰ ਡਰ ਕਿਹਦਾ ਰਹਿ ਜਾਣਾ? ਸਾਨੂੰ ਕਿਸੇ ਦਾ ਡਰ ਨਹੀਂ ਰਹਿਣਾ, ਫਿਰ ਅਸੀਂ ਦੁਨੀਆ ਦੇ ਸੁੱਖ ਲੈ ਸਕਦੇ ਹਾਂ। ਨਿਸ਼ਕੰਟਕ ਤੁਮ ਹਵੈ ਕਰ ਢੇਰੀ। ਤੇ ਫਿਰ ਉਸ ਵੇਲੇ ਫੇਰੀ ਤੂੰ ਕਿਸੇ ਡਰ ਨੂੰ ਪਰੇ ਕਰਕੇ, ਸ਼ੰਕੇ ਭਰਮ ਨੂੰ ਪਰੇ ਕਰਕੇ ਜਿੱਧਰ ਨੂੰ ਚਾਹਵੇਂ ਤੂੰ ਜਾ ਸਕਦਾ। ਇਹ ਮਸੰਦ ਕਹਿੰਦੇ ਪਏ, ਧੀਰ ਮੱਲ ਨੂੰ ਸਮਝਾਉਂਦੇ ਪਏ ਵੀ ਜਦੋਂ ਕਿਤੇ ਤੂੰ ਜਾਣਾ ਹੋਵੇ, ਸੱਜੇ ਖੱਬੇ, ਉੱਤਰ ਦੱਖਣ, ਪੂਰਬ ਪੱਛਮ ਨੂੰ, ਜਿੱਥੇ ਮਰਜ਼ੀ ਤੂੰ ਆ ਸਕਦਾ, ਜਾ ਸਕਦਾ, ਤੈਨੂੰ ਕੋਈ ਰੋਕੇਗਾ ਨਹੀਂ। ਕਾਰਨ ਇਹ ਹੈ ਵੀ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ ਤੇਰੀ ਮਿੱਤਰਤਾ ਹੋ ਜਾਣੀ ਹੈ, ਤੇ ਕਿਸੇ ਨਿੱਕੇ ਮੋਟੇ ਅਫਸਰ ਦੀ ਹਿੰਮਤ ਨਹੀਂ ਵੀ ਤੈਨੂੰ ਰੋਕ ਸਕੇ। ਇਸ ਤਰ੍ਹਾਂ ਤੇਰੀ ਜੈ ਜੈਕਾਰ ਹੋਣੀ ਹੈ। ਭੋਗੋ ਮਾਇਆ ਸੌਜ ਕਨੇਰੀ। ਇਸ ਤਰ੍ਹਾਂ ਮਾਇਆ ਤੇਰੇ ਕੋਲ ਬੇਅੰਤ ਆ ਜਾਣੀ ਹੈ, ਕਿਉਂਕਿ ਗੁਰੂ ਤੂੰ ਬਣ ਜਾਣਾ। ਤੇ ਮਾਇਆ ਦੇ ਨਾਲ ਫਿਰ ਵਾਧੂ ਚੀਜ਼ਾਂ ਲੈ ਕੇ ਆਈ, ਖਾਣ ਵਾਲੀਆਂ ਬੇਅੰਤ ਵਸਤੂਆਂ ਲੈ ਕੇ ਆਈ, ਗਲ ਵਿੱਚ ਪਾਉਣ ਵਾਲੀਆਂ ਬੇਅੰਤ ਵਸਤੂਆਂ ਲੈ ਲਈ, ਆਉਣ ਜਾਣ ਵਾਲੇ ਸਾਧਨ ਲੈ ਲਈ, ਕਦੇ ਹਾਥੀ ਤੇ ਕਦੇ ਘੋੜੇ, ਇਹੋ ਜਿਹੀਆਂ ਚੀਜ਼ਾਂ ਦੇ ਫਿਰ ਤੂੰ ਆਨੰਦ ਲੈਣਾ ਕਰ। ਸ੍ਰੀ ਨਾਨਕ ਪ੍ਰਤਾਪ ਵਿਸਾਲਾ। ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਨਾਵੇਂ ਸਰੂਪ ਜਿਹੜੇ ਗੁਰੂ ਨਾਨਕ ਸਾਹਿਬ ਨੇ ਨਾ, ਉਹਨਾਂ ਦੀ ਗੱਲ ਕਰਦੇ ਪਏ, ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਦਾ ਬਹੁਤ ਜ਼ਿਆਦਾ ਪ੍ਰਤਾਪ ਹੈ। ਜਦੋਂ ਤੂੰ ਇਹ ਗੱਲ ਸਿੱਧ ਕਰ ਦਿੱਤੀ ਨਾ ਵੀ ਗੁਰਤਾ ਗੱਦੀ ਤੇਰੇ ਕੋਲ ਤੇ ਤੂੰ ਗੁਰੂ ਹੈ, ਤੇ ਫਿਰ ਤੈਨੂੰ ਕਰਨ ਦੀ ਕੁਝ ਲੋੜ ਨਹੀਂ ਹੈ। ਗੁਰੂ ਨਾਨਕ ਦੇ ਪ੍ਰਤਾਪ ਕਰਕੇ ਤੇਰੀ ਜੈ ਜੈਕਾਰ ਹੋਣੀ ਹੈ। ਚੌਦਿਸ ਦੋਸਨ ਸਿੱਖੀ ਚਾਲਾ। ਕਿਉਂਕਿ ਚਾਰ ਸਫੇਰੇ ਬੇਅੰਤ ਸੰਗਤਾਂ ਨੇ, ਚਾਰੇ ਦਿਸ਼ਾਵਾਂ ਦੇ ਵੱਲ, ਹਰੇਕ ਇਲਾਕੇ ਦੇ ਵੱਲ, ਹਰੇਕ ਥਾਂ ਤੇ ਬੇਅੰਤ ਸੰਗਤਾਂ ਗੁਰੂ ਨਾਨਕ ਸਾਹਿਬ ਦੀਆਂ ਰਹਿੰਦੀਆਂ, ਔਰ ਉਹ ਸਾਰੀਆਂ ਸੰਗਤਾਂ ਫਿਰ ਤੈਨੂੰ ਮੱਥਾ ਟੇਕਿਆ ਕਰਨਗੀਆਂ, ਤੇਰੀ ਪੂਜਾ ਕਰਿਆ ਕਰਨਗੀਆਂ, ਔਰ ਤੈਨੂੰ ਲਿਆ ਕੇ ਮਾਇਆ ਭੇਟ ਕਰਨਗੀਆਂ। ਇਸ ਤਰ੍ਹਾਂ ਧੀਰ ਮੱਲ ਨੂੰ ਉਹਦਾ ਜਿਹੜਾ ਮਸੰਦ ਹੈ ਉਹ ਸਿੱਖਿਆ ਦੇ ਰਿਹਾ ਹੈ। ਅਦਿਕ ਜਾਇਬ
ਵਸਤੂ ਲਿਆਵੈ। ਤੇ ਸੰਗਤਾਂ ਜਦੋਂ ਆਉਣਗੀਆਂ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ, ਤੇ ਗੁਰੂ ਹੋਣਾ ਧੀਰਮਲ, ਤੇ ਧੀਰਮਲ ਤੇਰੇ ਵਾਸਤੇ ਫਿਰ ਬੜੀਆਂ ਬੜੀਆਂ ਮਹਿੰਗੀਆਂ ਵਸਤੂਆਂ ਸੰਗਤ ਵੱਲੋਂ ਭੇਟ ਕਰਨ ਵਾਸਤੇ ਆਪੋ ਆਪਣੇ ਇਲਾਕੇ ਵਿੱਚੋਂ, ਆਪਣੇ ਆਪਣੇ ਦੇਸ਼ ਵਿੱਚੋਂ ਲੈ ਕੇ ਆਉਣਗੇ। ਸਕਲ ਆਣ ਤੁਮ ਕਉ ਅਰ ਤੇ ਪਾਵੈ। ਉਹ ਜਿਹੜੀਆਂ ਵਸਤੂਆਂ ਨੇ ਧੀਰਮਲ ਦੀ ਤੁਹਾਡੇ ਅੱਗੇ ਸੰਗਤ ਨੇ ਭੇਟ ਕਰ ਦੇਣੀਆਂ। ਗੁਰਮੁਖੋ ਹਾਲੇ ਧੀਰਮਲ ਗੁਰੂ ਬਣਿਆ ਨਹੀਂ ਹੈ, ਹਾਲੇ ਗੁਰੂ ਤੇਗ ਬਹਾਦਰ ਤੇ ਗੋਲੀ ਇਹਨਾਂ ਨੇ ਚਲਾਈ ਨਹੀਂ ਹੈ, ਹਾਲੇ ਸੰਗਤ ਨੇ ਗੁਰੂ ਮੰਨਿਆ ਨਹੀਂ ਹੈ, ਮਾਇਆ ਆਈ ਨਹੀਂ ਹੈ। ਪਰ ਇਹ ਆਪਣੇ ਮਨ ਦੇ ਵਿੱਚ ਲੱਡੂ ਇਹਨਾਂ ਦੇ ਫੁੱਟਦੇ ਪਏ ਵੀ ਸੰਗਤ ਇਸ ਤਰ੍ਹਾਂ ਆਵੇਗੀ, ਮੱਥਾ ਟੇਕੇਗੀ, ਮਾਇਆ ਆਵੇਗੀ, ਘੋੜੇ ਲੈ ਕੇ ਆਵਾਂਗੇ, ਹਾਥੀ ਲੈ ਕੇ ਆਵਾਂਗੇ, ਬਾਦਸ਼ਾਹ ਰੰਗਜੀਤ ਦੇ ਨਾਲ ਜਾਣ ਪਛਾਣ ਬਣਾਵਾਂਗੇ, ਅਤੇ ਫਿਰ ਬੇਅੰਤ ਸੰਗਤਾਂ ਕੋਲੋਂ ਗਿਫਟ ਲਵਾਂਗੇ, ਵਸਤੂਆਂ ਲਵਾਂਗੇ, ਤੋਹਫੇ ਲਵਾਂਗੇ। ਇਹ ਆਪਣੇ ਮਨ ਦੇ ਵਿੱਚ ਹੀ ਸਭ ਕੁਝ ਬਣਾਉਂਦੇ ਪਏ ਵੀ ਅਸੀਂ ਇਹ ਕੁਝ ਲੈ ਲੈਣਾ, ਬਣਾ ਲੈਣਾ, ਪਰ ਹਾਲੇ ਕੁਝ ਮਿਲਿਆ ਨਹੀਂ ਹੈ। ਭਰੇ ਖਜ਼ਾਨੇ ਮਾਇਆ ਸਾਥ। ਤੇ ਤੇਰੇ ਜਿਹੜੇ ਖਜ਼ਾਨੇ ਨੇ ਉਹ ਮਾਇਆ ਦੇ ਨਾਲ ਭਰ ਜਾਣੇ, ਟੋਟ ਰਹਿਣੀ ਕੋਈ ਨਹੀਂ, ਬੇਅੰਤ ਮਾਇਆ ਦੇ ਭੰਡਾਰੇ ਤੇਰੇ ਘਰ ਵਿੱਚ ਭਰ ਜਾਣੇ ਹਨ। ਨਰਨ ਹਜ਼ਾਰਨ ਬਨ ਹੈ ਨਾਥ। ਤੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਤੇਰੀ ਸੇਵਾ ਦੇ ਵਿੱਚ ਰਹਿਣਗੇ, ਹਜ਼ਾਰਾਂ ਲੋਕ ਜਿਹੜੇ ਨੇ ਤੇਰਾ ਕਹਿਣਾ ਮੰਨਣਗੇ, ਹਜ਼ਾਰਾਂ ਲੋਕਾਂ ਦੀ ਗਿਣਤੀ ਤੇਰੇ ਨਾਲ ਰਹਿਣੀ ਹੈ। ਇਸਕੋ ਮਾਰਨ ਹੀ ਬਨ ਆਵੈ। ਇਹ ਜਿਹੜਾ ਸ਼ੀਆਂ ਮਸੰਦ ਹੈ ਨਾ, ਵਾਰ-ਵਾਰ ਇੱਕੋ ਗੱਲ ਹੀ ਕਰਦਾ ਵੀ ਧੀਰਮਲ ਸਾਨੂੰ ਛੇਤੀ ਤੋਂ ਛੇਤੀ ਗੁਰੂ ਤੇਗ ਬਹਾਦਰ ਦੇ ਉੱਪਰ ਗੋਲੀ ਚਲਾਉਣੀ ਚਾਹੀਦੀ ਹੈ, ਮਾਰ ਦੇਣਾ ਚਾਹੀਦਾ। ਹਾਲੇ ਉਹਨਾਂ ਨੂੰ ਗੁਰੂ ਬਣਿਆ 3 ਘੰਟੇ ਹੋਏ ਨੇ, ਹਾਲੇ ਉਹਨਾਂ ਨੂੰ ਜਾਣਦਾ ਕੋਈ ਨਹੀਂ ਹੈ। ਕਿੰਨੀ ਕੁ ਸੰਗਤ ਨੇ ਜਾਣਿਆ ਹੋਵੇਗਾ ਵੀ ਨੌਵਾਂ ਗੁਰੂ ਗੁਰੂ ਤੇਗ ਬਹਾਦਰ ਹੈ, ਹਾਲੇ ਸੰਗਤਾਂ ਨੇ ਉਹਨਾਂ ਨੂੰ ਜਾਣਿਆ ਨਹੀਂ। ਇਸ ਕਰਕੇ ਜਿੰਨਾ ਛੇਤੀ ਹੁੰਦਾ ਟਾਈਮ ਨਾ ਗਵਾਈਏ, ਇਹਨਾਂ ਨੂੰ ਗੋਲੀ ਮਾਰ ਕੇ ਮਾਰਨਾ ਕਰੀਏ। ਇਸਕੋ ਮਾਰਨ ਹੀ ਥਨ ਆਵੈ। ਇਸ ਕਰਕੇ ਗੁਰੂ ਤੇਗ ਬਹਾਦਰ ਨੂੰ ਗੋਲੀ ਚਲਾ ਕੇ ਮਾਰ ਦਈਏ, ਇਹੋ ਹੀ ਸਾਰਿਆਂ ਦੀ ਸਲਾਹ ਹੈ। ਜਦੋਂ ਇਸ ਮਸੰਦ ਨੇ ਸਲਾਹ ਦਿੱਤੀ ਹੈ ਨਾ, ਤੇ ਜਿਹੜੇ ਬਾਕੀ ਦੇ ਸਾਨੂੰ ਵੀ ਕਹਿਣ ਲੱਗ ਪਏ ਹਾਂ ਹਾਂ ਬਿਲਕੁਲ ਇਹ ਠੀਕ ਕਹਿ ਰਿਹਾ, ਇਸੇ ਤਰ੍ਹਾਂ ਕਰਨਾ ਚਾਹੀਦਾ, ਗੋਲੀ ਚਲਾ ਦੇਣੀ ਚਾਹੀਦੀ ਹੈ, ਗੁਰੂ ਪਾਤਸ਼ਾਹ ਨੂੰ ਮਾਰ ਦੇਣਾ ਚਾਹੀਦਾ ਹੈ। ਬਾਕੀਆਂ ਨੇ ਵੀ ਇਸ ਸਲਾਹ ਦੇ ਵਿੱਚ ਹਾਮੀ ਭਰ ਦਿੱਤੀ ਹੈ। ਨਾਏ ਤਾਂ ਇਹ ਕੰਟਕ ਵੱਧ ਜਾਵੇ। ਜੇ ਨਹੀਂ ਆਪਾਂ ਕਰ ਸਕੇ ਤੇ ਫਿਰ ਜਿੰਨੀਆਂ ਚੀਜ਼ਾਂ ਆਪਾਂ ਸੋਚੀਆਂ ਨੇ ਵੀ ਆਪਣੇ ਕੋਲ ਫੌਜ ਹੋਵੇਗੀ, ਹਾਥੀ ਘੋੜੇ ਹੋਣਗੇ, ਇਹ ਉਹ ਸਭ ਕੁਝ ਹੋਵੇਗਾ, ਇਹ ਸਾਰਾ ਕੁਝ ਫਿਰ ਗੁਰੂ ਤੇਗ ਬਹਾਦਰ ਦੇ ਕੋਲ ਹੋਵੇਗਾ। ਜੇ ਅੱਜ ਅਸੀਂ ਗੋਲੀ ਨਾ ਮਾਰ ਸਕੇ ਤੇ ਸੰਗਤ ਨੇ ਗੁਰੂ ਤੇਗ ਬਹਾਦਰ ਜੀਆਂ ਨੂੰ ਮੱਥਾ ਟੇਕਣਾ, ਉਹਨਾਂ ਦੇ ਕੋਲ ਬੇਅੰਤ ਮਾਇਆ ਆਵੇਗੀ, ਤੇ ਫਿਰ ਸਾਡੇ ਨਾਲ ਉਹਨਾਂ ਨੇ ਤਾਕਤਵਰ ਬਣ ਜਾਣਾ, ਫਿਰ ਅਸੀਂ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਾਂਗੇ, ਫਿਰ ਸਾਡੇ ਹੱਥੋਂ ਇਹ ਖੇਡ ਨਿਕਲ ਜਾਣੀ ਹੈ। ਇਮ ਮਸੰਦ ਨਾ ਮਸਲਾ ਦਿਨਾਸ। ਕਹਿੰਦੇ ਵੀ ਇਸ ਤਰ੍ਹਾਂ ਦੀਨਸ ਜਿਹੜਾ ਮਸੰਦ ਸੀ ਨਾ ਸ਼ੀਆਂ, ਇਹ ਸਲਾਹ ਦਿੰਦਾ ਪਿਆ ਵੀ ਇਸ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਵੀ ਛੇਤੀ ਤੋਂ ਛੇਤੀ ਗੋਲੀ ਮਾਰ ਦੇਣੀ ਚਾਹੀਦੀ ਹੈ, ਕਿਉਂਕਿ ਜਿਹੋ ਜੀ ਸੰਗਤ ਦੀ ਸਲਾਹ ਹੈ ਨਾ, ਨਾਲ ਰਹਿਣ ਵਾਲੇ ਵਿਅਕਤੀਆਂ ਦੀ, ਮਨੁੱਖ ਉਹੋ ਜਿਹਾ ਹੀ ਕਰਮ ਕਰਦਾ ਹੈ। ਹੁਣ ਧੀਰਮਲ ਦੀ ਸੰਗਤ ਵਿੱਚ ਇਹੋ ਜਿਹੇ ਬਦਮਾਸ਼ ਬੰਦੇ ਨੇ ਜਿਹੜੇ ਕਹਿੰਦੇ ਵੀ ਗੋਲੀ ਮਾਰ ਕੇ ਮਾਰੀਏ ਤੇ ਕੰਮ ਹੀ ਖਤਮ ਕਰ ਦਈਏ। ਇਸ ਤਰ੍ਹਾਂ ਇਸ ਮਸੰਦ ਨੇ ਕਹਿੰਦੇ ਸਲਾਹ ਦਿੱਤੀ ਹੈ। ਧੀਰਮਲ ਨੇ ਮਾਨਸੋ ਲੀਨਸ। ਧੀਰਮਲ ਕਹਿੰਦਾ ਵੀ ਹਾਂ ਬਿਲਕੁਲ ਠੀਕ ਹੈ, ਤੇਰੀ ਸਲਾਹ ਦੇ ਵਿੱਚ ਬੜਾ ਦਮ ਹੈ, ਬੜਾ ਜ਼ੋਰ ਹੈ, ਤੂੰ ਬੜੀ ਚੰਗੀ ਸਲਾਹ ਦਿੱਤੀ ਹੈ, ਬਿਲਕੁਲ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ। ਫਿਰ ਇਸ ਕੰਮ ਵਿੱਚ ਆਪਾਂ ਨੂੰ ਦੇਰੀ ਨਹੀਂ ਲਾਉਣੀ ਚਾਹੀਦੀ। ਜੇ ਇਹ ਸਲਾਹ ਠੀਕ ਹੈ, ਆਪਾਂ ਨੂੰ ਇਵੇਂ ਕਰਨਾ ਚਾਹੀਦਾ ਹੈ। ਤੋਸ਼ਨ ਠਾਨ ਵਿਚਾਰਨ ਲੱਗਾ। ਤੇ ਉਸ ਵੇਲੇ ਕਹਿਣ ਲੱਗੇ ਵੀ ਚੁੱਪ ਕਰ ਗਿਆ ਇਹ ਧੀਰਮਲ, ਤੇ ਮਨ ਵਿੱਚ ਸੋਚਣ ਲੱਗ ਪਿਆ ਵੀ ਵਾਕਿਆ ਹੀ ਇਹ ਜਿਹੜੀ ਗੱਲ ਮੇਰੇ ਇਹਨੇ ਮਸੰਦ ਨੇ ਕਹੀ ਹੈ ਠੀਕ ਕਹੀ ਹੈ, ਕਿ ਮੈਨੂੰ ਗੋਲੀ ਚਲਾ ਦੇਣੀ ਚਾਹੀਦੀ ਹੈ, ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਾਰ ਦੇਣਾ ਚਾਹੀਦਾ ਹੈ, ਕਿ ਮੈਂ ਬਾਅਦ ਵਿੱਚ ਗੁਰੂ ਬਣ ਜਾਵਾਂਗਾ, ਕਿ ਲੋਕ ਮੈਨੂੰ ਗੁਰੂ ਮੰਨਣ ਲੱਗ ਪੈਣਗੇ। ਇਹ ਸਾਰੀਆਂ ਹੁਣ ਗੱਲਾਂ ਨੂੰ ਆਪਣੇ ਮਨ ਵਿੱਚ ਚੁੱਪ ਕਰਕੇ ਸੋਚਦਾ ਹੈ। ਕਿਆ ਕਰਤੱਵ ਹੈ ਮੋਏ ਹਿਤ ਭਾਗਾ। ਤੇ ਕੀ ਮੈਨੂੰ ਇਹ ਕੰਮ ਕਰਨਾ ਚਾਹੀਦਾ, ਇਹਦੇ ਵਿੱਚ ਮੇਰਾ ਫਾਇਦਾ ਹੋਵੇਗਾ ਤੇ ਕੀ ਮੇਰਾ ਇਹਦੇ ਵਿੱਚ ਨੁਕਸਾਨ ਹੋਵੇਗਾ। ਹੁਣ ਦੂਜਾ ਪੱਖ ਵੀ ਸੋਚਦਾ ਵੀ ਮਸੰਦ ਨੇ ਤੇ ਸਲਾਹ ਦਿੱਤੀ ਹੈ, ਜੇ ਮੇਰਾ ਨੁਕਸਾਨ ਹੋ ਗਿਆ ਤਾਂ ਉਹ ਵੀ ਤੇ ਮੇਰਾ ਹੀ ਹੋਣਾ। ਜੇ ਮੈਂ ਗੁਰੂ ਬਣਨ ਦੀ ਇੱਛਾ ਰੱਖਦਾ ਹਾਂ, ਪੂਜਾ ਕਰਾਉਣ ਦੀ ਇੱਛਾ ਰੱਖਦਾ ਹਾਂ, ਇੰਨੇ ਸੁੱਖ ਲੈਣ ਦੀ ਇੱਛਾ ਰੱਖਦਾ ਹਾਂ, ਤੇ ਜੇ ਨੁਕਸਾਨ ਹੋਇਆ ਤਾਂ ਉਹ ਵੀ ਤੇ ਮੇਰਾ ਹੀ ਹੋਣਾ। ਤੇ ਕੀ ਮੇਰਾ ਜੇ ਨੁਕਸਾਨ ਹੋ ਗਿਆ ਤੇ ਫਿਰ ਮੈਂ ਕੀ ਕਰਾਂਗਾ। ਦੂਜੇ ਪੱਖ ਨੂੰ ਸੋਚਦਾ ਹੈ। ਮਾਰਨ ਮੰਤਰ ਕਹਿ ਜੋ ਇਹੀ। ਇਹ ਜਿਹੜੀ ਸਲਾਹ ਦਿੱਤੀ ਹੈ ਵੀ ਗੁਰੂ ਤੇਗ ਬਹਾਦਰ ਦੇ ਉੱਪਰ ਗੋਲੀ ਚਲਾਈਏ, ਕੀ ਇਹ ਠੀਕ ਹੈ? ਹੋ ਸਕਦਾ ਮੈਂ ਗੋਲੀ ਚਲਾ ਦੇਵਾਂ, ਸੰਗਤ ਭੜਕ ਜਾਵੇ ਵੀ ਕੌਣ ਹੁੰਦਾ ਗੁਰੂ ਤੇਗ ਬਹਾਦਰ ਤੇ ਗੋਲੀ ਚਲਾਉਣ ਵਾਲਾ।
ਜਾਂ ਗੋਲੀ ਦੇ ਨਾਲ ਗੁਰੂ ਤੇਗ ਬਹਾਦਰ ਨਾ ਮਰਨਗੇ ਤੇ ਫਿਰ ਕੀ ਬਣੇਗਾ? ਜੇ ਸੰਗਤ ਨੂੰ ਪਤਾ ਲੱਗ ਗਿਆ ਫਿਰ ਕੀ ਹੋਵੇਗਾ? ਇਸ ਤਰ੍ਹਾਂ ਦੂਜੇ ਪੱਖ ਨੂੰ ਵੀ ਮਨ ਵਿੱਚ ਸੋਚਦਾ ਹੈ। ਮੁਝ ਕੋ ਨੀਕੋ ਲਗੇ ਨ ਕਹੀ। ਤੇ ਉਸ ਵੇਲੇ ਮਨ ਨੇ ਫਿਰ ਸਲਾਹ ਦਿੱਤੀ, ਉਹ ਧੀਰਮਲ ਇਹ ਜਿਹੜੀ ਸਲਾਹ ਤੇਰੇ ਮਸੰਦ ਨੇ ਦਿੱਤੀ ਹੈ ਨਾ ਬੜੀ ਚੰਗੀ ਹੈ, ਇਹਦੇ ਵਰਗੀ ਤੇ ਗੱਲ ਹੋ ਹੀ ਨਹੀਂ ਸਕਦੀ ਹੈ। ਤੇਰਾ ਕਿਸੇ ਨੇ ਵਾਲ ਨਹੀਂ ਵਿੰਗਾ ਕਰ ਪਾਉਣਾ, ਤੇਰੇ ਕੋਲ ਇੰਨੀ ਮਾਇਆ, ਤੇਰੀ ਜਾਣ ਪਛਾਣ ਹੈ, ਕੋਈ ਤੇਰਾ ਕੀ ਵਿਗਾੜ ਲਵੇਗਾ? ਤੇ ਬਹੁਤੀ ਗੱਲ ਮੱਖਣ ਸ਼ਾਹ ਦੀ ਹੈ। ਇਹ ਤੇ ਇੱਕ ਵਿਦੇਸ਼ ਤੋਂ ਦੂਰੋਂ ਸਿੱਖ ਆਇਆ, ਇਲਾਕਾ ਮੇਰਾ, ਮੇਰੇ ਇਲਾਕੇ ਵਿੱਚ ਮੇਰੀ ਪਹੁੰਚ ਹੈ, ਮੇਰੀ ਚੱਲਣੀ ਹੈ। ਇਹ ਜਿਹੜਾ ਦੂਰੋਂ ਦੇਸ਼ ਵਿਦੇਸ਼ ਤੋਂ ਪਤਾ ਨਹੀਂ ਕਿੱਥੋਂ ਆਇਆ, ਇਹਦੀ ਕਿਸੇ ਨੇ ਕੀ ਸੁਣਨੀ ਹੈ? ਬਿਲਕੁਲ ਇਹ ਗੱਲ ਚੰਗੀ ਹੈ, ਮੈਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ, ਇਹਦੇ ਤੋਂ ਬਿਨਾ ਹੋਰ ਕੋਈ ਦੂਜਾ ਕੰਮ ਨਹੀਂ ਹੈ। ਪਿਤਾ ਭਰਾਤ ਅਮਰੋ ਸੋ ਹੈ। ਸੋ ਕਹਿਣ ਲੱਗੇ ਵੀ ਪਿਤਾ ਭਰਾਤ ਅਮਰੋ ਸੋ ਹੈ, ਸਾਡੇ ਜਿਹੜੇ ਪਿਤਾ ਹਨ। ਅਤੇ ਇਸੇ ਤਰ੍ਹਾਂ ਸਾਡੇ ਪਿਤਾ ਜਿਹੜੇ ਹਨ, ਕੌਣ ਹਨ? ਬਾਬਾ ਗੁਰਦਿੱਤਾ ਜੀ। ਤੇ ਬਾਬਾ ਗੁਰਦਿੱਤਾ ਜੀਆਂ ਦੇ ਭਰਾ ਨੇ ਗੁਰੂ ਤੇਗ ਬਹਾਦਰ ਦੀ। ਸੋਚਦਾ ਪਿਆ ਵੀ ਫਿਰ ਕੀ ਹੋਇਆ, ਮੇਰੇ ਬਾਪ ਤੇ ਬਾਪ ਦਾ ਅੱਗੇ ਭਰਾ, ਲੱਗਦਾ ਤੇ ਵੈਸੇ ਚਾਚਾ ਹੀ ਹੈ, ਰਿਸ਼ਤੇਦਾਰੀ ਦੂਰ ਦੀ ਨਹੀਂ ਹੈ। ਪਰ ਜਦੋਂ ਬੰਦੇ ਦੇ ਮਨ ਵਿੱਚ ਪਾਪ ਕਰਮ ਆ ਜਾਵੇ, ਪਾਪ ਆ ਜਾਵੇ, ਫਿਰ ਨੇੜੇ ਦੀ ਰਿਸ਼ਤੇਦਾਰੀ ਵੀ ਦੂਰ ਹੀ ਲੱਗਦੀ ਹੈ। ਕਹਿਣ ਲੱਗਾ ਪਹਿਲਾਂ ਮੇਰੀ ਬਾਪ ਨਾਲ ਰਿਸ਼ਤੇਦਾਰੀ ਹੈ, ਫਿਰ ਬਾਪ ਦੀ ਇਹਨਾਂ ਨਾਲ ਰਿਸ਼ਤੇਦਾਰੀ ਹੈ, ਰਿਸ਼ਤੇਦਾਰੀ ਗਾਂ ਤੋਂ ਗਾਂ ਹੀ ਹੈ, ਬਹੁਤੀ ਨੇੜੇ ਨਹੀਂ ਹੈ। ਮੇਰਾ ਕੀ ਲੱਗਦਾ, ਮੇਰੇ ਪਿਓ ਦਾ ਹੀ ਭਰਾ ਲੱਗਦਾ, ਨਾ ਪਿਓ ਰਿਹਾ ਤੇ ਨਾ ਭਰਾ ਨੇ ਰਹਿਣਾ ਹੈ। ਇਸ ਕਰਕੇ ਮੈਨੂੰ ਕੋਈ ਵਿਚਾਰ ਨਹੀਂ ਹੈ। ਤੇਗ ਬਹਾਦਰ ਆਖੇ ਕਹੈ। ਤੇ ਇਹਨਾਂ ਨੂੰ ਗੁਰੂ ਤੇਗ ਬਹਾਦਰ ਇਹਨਾਂ ਦਾ ਨਾਮ ਹੈ। ਦੁਨੀਆ ਆਖਦੀ ਹੈ ਵੀ ਇਹ ਤੇਗ ਦੇ ਬਹਾਦਰ ਹਨ। ਦੋਸ਼ ਨਹੀਂ ਕੁਛ ਤਿਸਨੇ ਕੀਨਾ। ਇਹਨਾਂ ਨੇ ਕੋਈ ਦੋਸ਼ ਵੀ ਨਹੀਂ ਕੀਤਾ। ਹੁਣ ਸੋਚਦਾ ਪਿਆ ਵੀ ਜੇ ਚਾਚਾ ਲੱਗਦਾ ਤੇ ਫਿਰ ਇਹਨਾਂ ਨੇ ਮੇਰਾ ਵਿਗਾੜਿਆ ਵੀ ਕੁਝ ਨਹੀਂ ਹੈ, ਕੋਈ ਮੇਰੀ ਜ਼ਮੀਨ ਨਹੀਂ ਦੱਬੀ ਹੈ, ਮੇਰਾ ਘਰ ਨਹੀਂ ਦੱਬਿਆ, ਜਾਂ ਕਦੇ ਮੈਨੂੰ ਮਾੜਾ ਚੰਗਾ ਨਹੀਂ ਬੋਲੇ। ਇਹਨਾਂ ਨੇ ਕਦੇ ਮੇਰਾ ਕੁਝ ਵਿਗਾੜਿਆ ਵੀ ਨਹੀਂ ਹੈ। ਮਸਤ ਸੁਭਾਅ ਬਿਹਾਰ ਬਹਿਨਾ। ਤੇ ਇਹ ਹਮੇਸ਼ਾ ਮਸਤ ਰਹਿੰਦੇ ਆਪਣੀ ਮੌਜ ਦੇ ਵਿੱਚ, ਕਿਸੇ ਨੂੰ ਨਾ ਬੁਲਾਉਂਦੇ, ਨਾ ਕਿਸੇ ਦੇ ਕੋਲ ਜਾਂਦੇ, ਨਾ ਹੀ ਇਹ ਕੋਈ ਕੰਮਕਾਰ ਕਰਦੇ ਨੇ। ਕੱਲ ਨੂੰ ਮੈਂ ਕੀ ਆਖਾਂਗਾ ਵੀ ਮੇਰਾ ਕੰਮ ਵਿਗਾੜਿਆ ਸੀ ਇਹਨਾਂ ਨੇ, ਲੋਕਾਂ ਨੇ ਕਹਿਣਾ ਵੀ ਕੰਮ ਤੇ ਉਹ ਕਰਦੇ ਨਹੀਂ, ਤੇਰਾ ਕੀ ਵਿਗਾੜ ਦਿੱਤਾ? ਨਾ ਇਹ ਕੋਈ ਕੰਮ ਕਰਦੇ ਨੇ, ਨਾ ਇਹ ਕਿਸੇ ਨਾਲ ਗੱਲਬਾਤ ਕਰਦੇ, ਨਾ ਹੀ ਇਹਨਾਂ ਨੇ ਮੇਰੇ ਨਾਲ ਵਿਗਾੜੀ ਹੈ। ਤੇ ਮੈਂ ਗੋਲੀ ਚਲਾਵਾਂ ਤੇ ਚਲਾਵਾਂ ਕਿਵੇਂ? ਹੁਣ ਮਨ ਵਿੱਚ ਇਹ ਵੀ ਗੱਲ ਆ ਗਈ ਵੀ ਗੋਲੀ ਚਲਾਉਣ ਵਾਸਤੇ ਕੋਈ ਨਾ ਕੋਈ ਬਹਾਨਾ ਹੋਣਾ ਚਾਹੀਦਾ, ਤੇ ਬਹਾਨਾ ਮੇਰੇ ਕੋਲ ਹੈ ਕੋਈ ਨਹੀਂ ਹੈ, ਕਿਉਂਕਿ ਨਾ ਇਹ ਕੰਮ ਕਰਦੇ, ਨਾ ਇਹ ਬਹੁਤੇ ਬਚਨ ਕਰਦੇ ਹਨ। ਨਹੀਂ ਪਰਸ ਪਰ ਬੋਲ ਬਕਾਹੂ। ਤੇ ਨਾ ਹੀ ਇਹ ਕਦੇ ਬੋਲਦੇ ਨੇ, ਕਦੇ ਮੇਰੇ ਨਾਲ ਨਹੀਂ ਇਹਨਾਂ ਨੇ ਗੱਲ ਕੀਤੀ, ਤੇ ਨਾ ਹੀ ਕਦੇ ਇਹਨਾਂ ਨੇ ਗੱਲ ਕਿਸੇ ਦੂਜੇ ਤੀਜੇ ਨਾਲ ਕੀਤੀ ਹੈ। ਕਦੇ ਵੀ ਕੋਈ ਬਚਨ ਬਲਾਸ ਨਹੀਂ ਹੁੰਦੇ ਹਨ। ਸਦਾ ਰਹਿ ਬੈਠਿਓ ਘਰ ਮਾਹੂ। ਇਹ ਤੇ ਸਦਾ ਹੀ ਆਪਣੇ ਘਰ ਵਿੱਚ ਬੈਠੇ ਰਹਿੰਦੇ, ਨਾ ਕਦੇ ਬਾਜ਼ਾਰ ਵਿੱਚ ਗਏ, ਨਾ ਕਦੇ ਬਾਹਰ ਜ਼ਮੀਨ ਵਿੱਚ ਗਏ, ਨਾ ਕਦੇ ਕਿਸੇ ਕੰਮਕਾਰ ਤੇ ਗਏ। ਇਹ ਤੇ ਆਪਣੇ ਘਰ ਵਿੱਚ ਬੈਠੇ ਰਹਿੰਦੇ ਨੇ, ਕਿਸੇ ਨਾਲ ਬੋਲਦੇ ਚਾਲਦੇ ਨਹੀਂ। ਫਿਰ ਦੁਨੀਆ ਨੂੰ ਕੀ ਆਖਾਂਗਾ ਵੀ ਮੇਰਾ ਕੀ ਇਹਨਾਂ ਨਾਲ ਵੈਰ ਸੀ ਜੋ ਮੈਂ ਗੋਲੀ ਚਲਾਈ ਹੈ? ਮਨ ਵਿੱਚ ਸੋਚਦਾ ਹੈ। ਓ ਮਸੰਦ ਤਿਸ ਹੱਥ ਨੇ ਕੇਰਾ। ਜਦੋਂ ਬੜੀਆਂ ਗੱਲਾਂ ਸੋਚੀਆਂ ਤੇ ਫਿਰ ਮਨ ਵਿੱਚ ਇਹ ਗੱਲ ਆਈ ਵੀ ਚਲੋ ਜੇ ਮਾਰਨਾ ਵੀ ਪਵੇ ਤੇ ਮਾਰਾਂਗੇ ਕਿਵੇਂ? ਕਿਉਂਕਿ ਨਾ ਤੇ ਕਦੇ ਬਾਜ਼ਾਰ ਜਾਂਦੇ ਨੇ, ਨਾ ਇਹ ਕਦੇ ਕਿਸੇ ਕੰਮ ਨੂੰ ਕਰਦੇ ਨੇ, ਨਾ ਹੀ ਇਹ ਕਿਸੇ ਨੂੰ ਮਿਲਦੇ ਗਿਲਦੇ ਨੇ। ਤੇ ਧੀਰਮਲ ਫਿਰ ਆਪਣੇ ਮਸੰਦ ਨੂੰ ਪੁੱਛਣ ਲੱਗਾ, ਉਹ ਮਸੰਦਾ ਤੂੰ ਇਹ ਗੱਲ ਤੇ ਕਹੀ ਹੈ ਵੀ ਗੁਰੂ ਤੇਗ ਬਹਾਦਰ ਨੂੰ ਮਾਰ ਦਈਏ, ਪਰ ਮਾਰਨ ਦਾ ਕੋਈ ਬਹਾਨਾ ਵੀ ਤੇ ਚਾਹੀਦਾ ਨਾ, ਪਤਾ ਲੱਗੇ ਵੀ ਜਾਂਦੇ ਕਿੱਥੇ ਨੇ, ਮਿਲਦੇ ਕਿੱਥੇ ਨੇ, ਝਗੜਦੇ ਕਿਹਦੇ ਨਾਲ ਨੇ, ਕੀ ਕੰਮ ਕਰਦੇ ਨੇ, ਕੋਈ ਨਾ ਕੋਈ ਬਹਾਨਾ ਹੋਣਾ ਚਾਹੀਦਾ। ਉਸ ਬਹਾਨੇ ਦੇ ਨਾਲ ਫਿਰ ਅਸੀਂ ਕੰਮ ਕਰ ਸਕਦੇ ਹਾਂ। ਨਹੀਂ ਉਤਸ਼ਾਹ ਹੋਤ ਹੈ ਮੇਰਾ। ਤੇ ਮੇਰਾ ਉਤਸ਼ਾਹ ਨਹੀਂ ਹੈ, ਮੇਰਾ ਮਨ ਨਹੀਂ ਮੰਨਦਾ। ਤੂੰ ਕਹਿੰਦਾ ਵੀ ਗੋਲੀ ਚਲਾਈਏ, ਮੈਨੂੰ ਤੇਰੀ ਸਲਾਹ ਤੇ ਲੱਗਦੀ ਹੈ ਬਿਲਕੁਲ ਠੀਕ, ਪਰ ਮੇਰਾ ਅੰਦਰੋਂ ਮਨ ਨਹੀਂ ਮੰਨਦਾ ਪਿਆ, ਮਨ ਨਹੀਂ ਆਵਾਜ਼ ਦਿੰਦਾ। ਮਨ ਕਹਿੰਦਾ ਵੀ ਨਹੀਂ ਇਹ ਕੰਮ ਨਾ ਕਰ, ਕਿਉਂਕਿ ਉਹਨਾਂ ਨੇ ਕਿਸੇ ਦਾ ਵਿਗਾੜਿਆ ਨਹੀਂ ਹੈ ਕੁਝ ਵੀ, ਨਾ ਹੀ ਉਹ ਕਿਸੇ ਦਾ ਵਿਗਾੜਦੇ ਹਨ। ਅਬਰ ਬਾਤ ਹੈ ਜਥਾ ਬਖਾਨੀ। ਬਾਕੀ ਜਿਹੜੀ ਤੂੰ ਗੱਲਬਾਤ ਮੈਨੂੰ ਕਹਿਣਾ ਕੀਤੀ ਹੈ, ਸੋ ਤੋ ਕਰਨੀ ਮਨੇ ਮਹਾਨੀ। ਉਹ ਤੇ ਕਰਨੀ ਬਣਦੀ ਹੈ ਵੀ ਮੈਂ ਗੁਰੂ ਵੀ ਬਣਨਾ ਚਾਹੁੰਦਾ ਹਾਂ, ਮੈਂ ਫੌਜ ਵੀ ਰੱਖਣੀ ਚਾਹੁੰਦਾ ਹਾਂ, ਮੈਂ ਦੁਨੀਆ ਦੇ ਨਜ਼ਾਰੇ ਵੀ ਲੈਣੇ ਚਾਹੁੰਦਾ ਹਾਂ। ਜਿਹੜੀਆਂ ਤੂੰ ਗੱਲਾਂ ਕਹੀਆਂ ਨੇ ਬਿਲਕੁਲ ਸਹੀ ਕਹੀਆਂ, ਚਾਹੀਦਾ ਤੇ ਮੈਨੂੰ ਸਾਰਾ ਕੁਝ ਹੀ ਹੈ, ਪਰ ਮੇਰਾ ਮਨ ਨਹੀਂ ਮੰਨਦਾ ਵੀ ਮੈਂ ਗੋਲੀ ਚਲਾਵਾਂ। ਮਨ ਵਿੱਚ ਉਤਸ਼ਾਹ ਨਹੀਂ ਆਉਂਦਾ ਪਿਆ, ਜੋਸ਼ ਨਹੀਂ ਆਉਂਦਾ ਪਿਆ, ਕਿਉਂਕਿ ਉਹਨਾਂ ਦਾ ਕਸੂਰ ਕੋਈ ਨਹੀਂ ਹੈ, ਤੇ ਬਿਨਾਂ ਕਸੂਰ ਤੋਂ ਮੈਂ ਕਿਵੇਂ ਮਾਰ ਸਕਦਾ ਹਾਂ। ਸੋ ਪਟ ਸਨਦ ਬੱਧ ਕਹੂੰ ਕਰਕੇ। ਸੋ ਇਸ ਤਰ੍ਹਾਂ ਜਿਹੜੇ ਸੂਰਮੇ ਨੇ ਤਿਆਰ ਕਰਕੇ, ਜਹਾਂ ਤਹਾਂ ਤੂੰ ਧੀਰਜ ਧਰ ਕੇ। ਅਤੇ ਤੂੰ ਉੱਥੇ ਜਾ ਧੀਰਜ ਨੂੰ ਧਾਰਨ ਕਰਕੇ। ਇਹਨੇ ਹੁਣ ਸਲਾਹ ਇਹ ਦਿੱਤੀ ਹੈ ਵੀ ਗੋਲੀ ਮੈਂ ਨਹੀਂ ਚਲਾਵਾਂਗਾ,
ਜੇ ਤੂੰ ਸਲਾਹ ਦਿੱਤੀ ਹੈ ਤੇ ਗੋਲੀ ਵੀ ਤੂੰ ਹੀ ਚਲਾਵੇਂਗਾ। ਬੰਦੇ ਕੁਝ ਇਕੱਠੇ ਕਰ, ਉਹਨਾਂ ਬੰਦਿਆਂ ਦੇ ਹੱਥ ਵਿੱਚ ਹਥਿਆਰ ਦੇ ਤੇ ਪੂਰੀ ਤਿਆਰੀ ਕਰਕੇ ਉੱਥੇ ਜਾਓ ਜਿੱਥੇ ਗੁਰੂ ਤੇਗ ਬਹਾਦਰ ਹਨ। ਸਰਬ ਪਾਇਨ ਦਰਬ ਸਮੇਤਾ। ਇਸ ਤਰ੍ਹਾਂ ਕਰ, ਗੋਲੀ ਮਾਰਨ ਤੋਂ ਪਹਿਲਾਂ ਜਿੰਨਾ ਸਮਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਘਰ ਵਿੱਚ ਪਿਆ ਹੈ, ਭਾਵੇਂ ਭਾਂਡੇ ਨੇ, ਭਾਵੇਂ ਬਿਸਤਰੇ ਨੇ, ਭਾਵੇਂ ਉਹ 500 ਸੋਨੇ ਦੀ ਮੋਹਰ ਹੈ ਜਿਹੜੀ ਚੜਾਈ ਹੈ ਮੱਖਣ ਸ਼ਾਹ ਲੁਬਾਣੇ, ਸਾਰਾ ਕੁਝ ਹੀ ਮਹਾਰਾਜ ਦੇ ਘਰੋਂ ਚੱਕ ਲਿਆ। ਉਹਨਾਂ ਘਰੇ ਭਾਂਡਾ ਨਹੀਂ ਰਹਿਣਾ ਚਾਹੀਦਾ, ਬਿਸਤਰਾ ਕੱਪੜਾ ਨਹੀਂ ਰਹਿਣਾ ਚਾਹੀਦਾ, ਔਰ ਮਾਇਆ ਵੀ ਨਹੀਂ ਰਹਿਣੀ ਚਾਹੀਦੀ। ਸੂਰਮੇ ਲੈ ਕੇ ਜਾ, ਡਾਂਗਾ ਸੋਟਿਆਂ ਦੇ ਨਾਲ, ਬੰਦੂਕਾਂ ਦੇ ਨਾਲ, ਤਲਵਾਰਾਂ ਦੇ ਨਾਲ ਚੰਗੀ ਤਰ੍ਹਾਂ ਤਿਆਰ ਕਰਕੇ ਬੰਦਿਆਂ ਨੂੰ ਲੈ ਕੇ ਜਾ ਤੇ ਧੱਕੇ ਦੇ ਨਾਲ ਜ਼ਬਰਦਸਤੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦੇ ਵਿੱਚੋਂ ਸਮਾਨ ਚੁੱਕ ਕੇ ਲਿਆ। ਪਹਿਲਾਂ ਇਹ ਕੰਮ ਕਰਨਾ ਕਰ, ਬਿਨਾ ਬੇਲਮ ਹਾਰ ਲਿਓ ਹੈ ਜੇਤਾ। ਤੇ ਇਸ ਕਰਕੇ ਦੇਰੀ ਨਹੀਂ ਕਰਨੀ। ਇਹ ਨਾ ਹੋਵੇ ਵੀ ਤੂੰ ਜਾ ਕੇ ਉੱਥੇ ਬੈਠ ਜਾ ਮੰਜੇ ਤੇ ਵੀ ਚਲ ਕੋਈ ਨਹੀਂ, ਆਏ ਆ ਹੌਲੀ ਹੌਲੀ ਕੰਮ ਕਰਾਂਗੇ, ਨਹੀਂ ਦੇਰੀ ਨਾ ਲਾਈ। ਜਦੋਂ ਘਰ ਦੇ ਵਿੱਚ ਵੜ ਗਿਆ, ਘਰ ਦੇ ਅੰਦਰ ਚਲਾ ਗਿਆ, ਬਸ ਬਹੁਤਾ ਟਾਈਮ ਨਹੀਂ ਲਾਉਣਾ। ਛੇਤੀ ਦੇ ਨਾਲ ਜੋ ਹੱਥ ਵਿੱਚ ਆਇਆ ਉਸ ਨੂੰ ਸਮੇਟ ਕੇ, ਚੁੱਕ ਕੇ, ਬੋਰੀਆਂ ਵਿੱਚ ਪਾ ਕੇ, ਪੰਨਾਂ ਵਿੱਚ ਬੰਨ੍ਹ ਕੇ ਤੇ ਛੇਤੀ ਨਾਲ ਚੁੱਕ ਕੇ ਲਿਆਉਣਾ ਕਰੋ। ਤੁਮਕੋ ਵਰਜਨ ਹਾਰ ਨਾ ਕੋਈ, ਕਿਉਂਕਿ ਤੈਨੂੰ ਰੋਕਣ ਵਾਲਾ ਕੋਈ ਨਹੀਂ ਹੈ। ਇੱਕ ਤੇ ਤੂੰ ਸਰੀਰ ਦਾ ਬੜਾ ਵੱਡਾ, ਕਿਉਂਕਿ ਛੀਆਂ ਮਸੰਦ ਸਰੀਰ ਕਰਕੇ ਬੜਾ ਤਕੜਾ, ਤੈਨੂੰ ਕੋਈ ਰੋਕ ਨਹੀਂ ਸਕਦਾ। ਦੂਜਾ ਤੂੰ ਬਦਮਾਸ਼ ਬੰਦਾ, ਇਹੋ ਜਿਹਾ ਕੰਮ ਤੂੰ ਕਰਦਾ ਰਹਿੰਦਾ। ਤੀਜਾ ਤੇਰੇ ਨਾਲ ਸੂਰਮੇ ਹੋਣੇ ਨੇ, ਬੰਦੂਕਾਂ ਫੜ ਕੇ ਨਾਲ ਗਏ ਹੋਏ, ਤੇ ਤੈਨੂੰ ਕਿਸੇ ਨੇ ਉੱਥੇ ਰੁਕਣਾ ਨਹੀਂ ਹੈ। ਨਿਰਭੈ ਜਾਏ ਕਰ ਅਨਹੋ ਸੋਈ। ਇਸ ਕਰਕੇ ਬਿਨਾਂ ਡਰ ਤੋਂ ਡਰੀ ਨਾ। ਮੈਂ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਸਰਕਾਰੇ ਦਰਬਾਰੇ ਮੇਰੀ ਪਹੁੰਚ ਹੈ, ਤੇਰੇ ਤੇ ਕੋਈ ਕੇਸ ਨਹੀਂ ਬਣੇਗਾ, ਤੈਨੂੰ ਕੋਈ ਦਬਾਏਗਾ ਨਹੀਂ। ਇਸ ਕਰਕੇ ਬਿਨਾਂ ਡਰ ਤੋਂ ਜਾ ਔਰ ਗੁਰੂ ਦੇ ਘਰੋਂ ਸਾਰਾ ਸਮਾਨ ਚੁੱਕਣਾ ਕਰ। ਜਬ ਮੱਖਣ ਗਮਨੈ ਨਿਜ ਡੇਰੇ। ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਮੱਖਣ ਸ਼ਾਹ ਦਾ ਧਿਆਨ ਰੱਖੀ, ਵੀ ਇਹ ਨਾ ਹੋਵੇ ਉਧਰੋਂ ਤੂੰ ਗੁਰੂ ਦੇ ਘਰੋਂ ਸਮਾਨ ਲੁੱਟਦਾ ਹੋਵੇ ਤੇ ਉਧਰੋਂ ਮੱਖਣ ਸ਼ਾਹ ਆ ਜਾਵੇ। ਹੁਣ ਮੱਖਣ ਸ਼ਾਹ ਦੇ ਕੋਲ 500 ਆਪਣਾ ਸੂਰਮਾ ਹੈ ਜਿਹੜਾ ਤਿਆਰ ਉਹਦੇ ਕੋਲ ਹਰ ਵੇਲੇ ਰਹਿੰਦਾ, ਉਹਦੇ ਤੋਂ ਵੀ ਬਚ ਕੇ ਰਹਿਣਾ। ਜਦੋਂ ਮੱਖਣ ਸ਼ਾਹ ਆਵੇ ਉਸ ਵੇਲੇ ਤੂੰ ਕੀ ਕਰਨਾ ਹੈ? ਨਰਨ ਭੀਰ ਹੋਵੇ ਨਹਿ ਨੇਰੇ। ਉਦੋਂ ਇਹ ਵੇਖਣਾ ਵੀ ਮੱਖਣ ਸ਼ਾਹ ਵੀ ਇਕੱਲਾ ਆਵੇ ਤੇ ਆਪਣਾ ਕੁਝ ਵਿਗਾੜ ਨਹੀਂ ਸਕਦਾ, ਪਰ ਇਹ ਨਾ ਹੋਵੇ ਵੀ ਮੱਖਣ ਸ਼ਾਹ 500 ਬੰਦਾ ਨਾਲ ਲੈ ਕੇ ਤੁਰਿਆ ਆਵੇ, ਇਧਰੋਂ ਤੂੰ ਗੁਰੂ ਦੇ ਘਰ ਨੂੰ ਲੁੱਟਦਾ ਪਿਆ ਹੋਵੇ ਤੇ ਉੱਥੇ ਕਿਤੇ ਲੜਾਈ ਹੋ ਜਾਵੇ। ਇਹ ਕੰਮ ਨਹੀਂ ਹੋਣਾ ਚਾਹੀਦਾ। ਧਿਆਨ ਰੱਖੀ, ਮੱਖਣ ਸ਼ਾਹ ਇਕੱਲਾ ਨਹੀਂ ਕੁਝ ਵਿਗਾੜ ਸਕਦਾ, ਪਰ ਉਹਦੀ ਫੌਜ ਨਾਲ ਨਾ ਹੋਵੇ, ਇਸ ਗੱਲ ਦਾ ਧਿਆਨ ਰੱਖਣਾ ਹੈ। ਦਿਨ ਮਧਿਆਨ ਕਾਲ ਜਬ ਆਵੇ। ਤੇ ਜਦੋਂ ਦਿਨ ਲੁੱਟਣਾ ਕਦੋਂ ਹੈ? ਕਹਿਣ ਲੱਗਾ ਵੀ ਜਦੋਂ ਦੁਪਹਿਰ ਹੋ ਗਈ। ਦੁਪਹਿਰੇ ਕਾਰਨ ਇਹ ਹੈ ਵੀ ਸਾਰੇ ਲੋਕ ਸੌ ਜਾਣਗੇ, ਦੁਪਹਿਰ ਦਾ ਸਮਾਂ ਜਾਣ ਕੇ ਬਾਜ਼ਾਰ ਵੀ ਸੁੰਨੇ ਹੋ ਜਾਣਗੇ। ਮੱਖਣ ਸ਼ਾਹ ਆਪਣੇ ਟਿਕਾਣੇ ਤੇ ਚਲਾ ਜਾਏਗਾ, ਗੁਰੂ ਤੇਗ ਬਹਾਦਰ ਮਹਾਰਾਜ ਨੇ ਇਕੱਲਿਆਂ ਰਹਿ ਜਾਣਾ। ਜਦੋਂ ਇਕੱਲੇ ਘਰ ਵਿੱਚ ਹੋਣਗੇ, ਇਹ ਮੌਕਾ ਦੁਪਹਿਰੇ ਮਿਲਣਾ ਹੈ। ਸਵੇਰੇ ਕੰਮ ਨਾ ਇਹ ਕਰੀ, ਨਾ ਇਹ ਕੰਮ ਸ਼ਾਮ ਨੂੰ ਕਰੀ, ਕਿਉਂਕਿ ਸਵੇਰੇ ਵੀ ਸੰਗਤ ਆਉਂਦੀ ਹੈ, ਸ਼ਾਮ ਨੂੰ ਵੀ ਸੰਗਤ ਆਉਂਦੀ ਹੈ, ਤੇ ਮੱਖਣ ਸ਼ਾਹ ਵੀ ਆਉਂਦਾ ਮੱਥਾ ਟੇਕਣ ਵਾਸਤੇ। ਇਹ ਕੰਮ ਆਪਾਂ ਦੁਪਹਿਰੇ ਕਰਨਾ ਹੈ। ਅਹਿਤ ਹਾਰ ਕੇ ਸਗਲ ਸਿਧਾਵਾ। ਕਿਉਂਕਿ ਜਿੰਨੀ ਵੀ ਸੰਗਤ ਮਹਾਰਾਜ ਕੋਲ ਆਵੇਗੀ, ਉਹਨਾਂ ਨੇ ਦੁਪਹਿਰੇ ਆਪੋ ਆਪਣੇ ਘਰੇ ਚਲੇ ਜਾਣਾ, ਵੀ ਚਲੋ ਦੁਪਹਿਰਾ ਘਰੇ ਕੱਟਦੇ ਆ ਤੇ ਸ਼ਾਮ ਨੂੰ ਫਿਰ ਦੀਵਾਨ ਵਿੱਚ ਆਵਾਂਗੇ। ਦੁਪਹਿਰ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਕੱਲੇ ਹੋਣਗੇ, ਉਸ ਵੇਲੇ ਆਪਾਂ ਇਹ ਕੰਮ ਕਰਨਾ ਹੈ। ਤਬ ਲਗ ਤੂਸ਼ਨ ਧਾਰੇ ਰਹੋ। ਤੇ ਉਹਨਾਂ ਚਿਰ ਤੂੰ ਬੈਠੇ ਰਹਿਣਾ ਗੁਰੂ ਦੇ ਕੋਲ ਜਾ ਕੇ, ਪਰ ਬੈਠੇ ਰਹਿਣਾ, ਚੁੱਪ ਕਰਕੇ ਬੋਲਣਾ ਕੋਈ ਨਹੀਂ, ਗੱਲ ਨਹੀਂ ਕਰਨੀ। ਗੁਰੂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਤੂੰ ਉਹਨਾਂ ਦੇ ਘਰ ਨੂੰ ਲੁੱਟਣ ਗਿਆ ਹੋਇਆ, ਕਿਸੇ ਨਾਲ ਲੜਨਾ ਨਹੀਂ ਹੈ। ਭੇਦ ਨਰਨ ਮੈਂ ਕਿਮ ਨਾ ਕਹੋ। ਤੇ ਜਿੰਨੇ ਸਤਿਗੁਰਾਂ ਦੇ ਬੰਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਘਰ ਵਿੱਚ ਜਿੰਨੀ ਸੰਗਤ ਹੈ, ਜਿੰਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਰਧਾਲੂ ਨੇ, ਜਾਂ ਜਿੰਨੇ ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਘਰੇ ਸੇਵਾ ਕਰਦੇ ਨੇ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਇਹ ਧੀਰਮਲ ਕਹਿੰਦਾ ਪਿਆ, ਆਪਣੇ ਮਸੰਦ ਨੂੰ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਤੂੰ ਗੁਰੂ ਦਾ ਘਰ ਲੁੱਟਣ ਵਾਸਤੇ ਆਇਆ, ਉਹਨਾਂ ਨੂੰ ਡਰਾਉਣ ਵਾਸਤੇ ਆਇਆ। ਚੁੱਪ ਕਰਕੇ ਜਾ ਕੇ ਬੈਠ ਜਾਣਾ। ਜਦੋਂ ਵੇਖਿਆ ਵੀ ਹੁਣ ਸਾਰੇ ਜਾਣੇ ਉੱਠ ਕੇ ਚਲੇ ਗਏ, ਹੁਣ ਕੋਈ ਨਹੀਂ ਰਹਿ ਗਿਆ, ਉਸ ਵੇਲੇ ਤੂੰ ਗੁਰੂ ਦੇ ਘਰ ਨੂੰ ਲੁੱਟ ਕੇ ਸਾਰਾ ਸਮਾਨ ਚੁੱਕ ਕੇ ਪੈਸਿਆਂ ਦੇ ਸਮੇਤ, ਬਰਤਨਾਂ ਦੇ ਸਮੇਤ, ਕੱਪੜਿਆਂ ਦੇ ਸਮੇਤ ਇੱਥੇ ਮੇਰੇ ਕੋਲ ਲੈ ਕੇ ਆਉਣਾ। ਪਹਿਲਾਂ ਇਹ ਕੰਮ ਕਰ। ਇਸ ਤਰ੍ਹਾਂ ਜਿਹੜਾ ਧੀਰਮਲ ਹੈ ਉਹ ਆਪਣੇ ਮਸੰਦ ਨੂੰ ਸਮਝਾਉਂਦਾ ਪਿਆ। ਛੀਆਂ ਮਸੰਦ ਸੁਣ ਕੇ ਹੁਣ ਕਿਵੇਂ ਤਿਆਰ ਹੋ ਕੇ ਜਾਵੇਗਾ ਸਤਿਗੁਰਾਂ ਦੇ ਘਰ ਨੂੰ ਲੁੱਟਣ ਵਾਸਤੇ, ਔਰ ਲੁੱਟ ਕੇ ਕਿਵੇਂ ਲੈ ਕੇ ਆਉਂਦਾ, ਔਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਫਿਰ ਕੀ ਬਚਨ ਕਰਨਗੇ, ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ।
ਇਹ ਸਤਿਗੁਰਾਂ ਦੇ ਇਤਿਹਾਸ ਨੂੰ ਕੱਲ ਨੂੰ ਫਿਰ ਇਸ ਤੋਂ ਅੱਗੇ ਤੋਰਾਂਗੇ। ਅੱਜ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਦਿਹਾੜਾ ਆਪਾਂ ਨੂੰ ਪ੍ਰਾਪਤ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਇਤਿਹਾਸ ਆਪਾਂ ਸਵੇਰ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਗੁਪਤਾ ਗੱਦੀ ਦੇ ਮਾਲਕ ਬਣੇ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਥਾਵਾਂ ਥਾਵਾਂ ਤੇ ਸੰਗਤਾਂ ਨੂੰ ਜਾ ਕੇ ਗੁਰੂ ਦੀ ਬਾਣੀ ਗੁਰੂ ਸ਼ਬਦ ਦੇ ਨਾਲ ਜੋੜਿਆ। ਜਿਸ ਵੇਲੇ ਪਾਤਸ਼ਾਹ ਜੀ ਲਾਹੌਰ ਪਹੁੰਚੇ ਤੇ ਕਹਿੰਦੇ ਲਾਹੌਰ ਦੇ ਵਿੱਚ ਉਸ ਵੇਲੇ ਅੰਮ੍ਰਿਤ ਵੇਲੇ ਮਹਾਰਾਜ ਪਹੁੰਚੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ। ਬੜਾ ਭਾਰੀ ਇੱਥੇ ਪਾਪ ਹੋ ਰਿਹਾ, ਕਿਤੇ ਗਊਆਂ ਦਾ ਕਤਲ ਹੋ ਰਿਹਾ, ਕਿਤੇ ਜਾਨਵਰਾਂ ਨੂੰ ਵੱਢ ਵੱਢ ਕੇ ਉਹਨਾਂ ਦਾ ਮਾਸ ਵੇਚਣ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ। ਸਤਿਗੁਰਾਂ ਨੇ ਉਸ ਵੇਲੇ ਪੁੱਛਿਆ, ਕਹਿਣ ਲੱਗੇ ਰੌਲਾ ਕਿਸ ਗੱਲ ਦਾ ਹੈ? ਕਹਿੰਦੇ ਜੀ ਜੀਵਾਂ ਨੂੰ ਵੱਢਿਆ ਮਾਰਿਆ ਜਾ ਰਿਹਾ। ਸੁਭਾਵਕ ਬਚਨ ਨਿਕਲਿਆ, ਕਹਿਣ ਲੱਗੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਲਾਹੌਰ ਦੇ ਵਾਸੀ ਪਾਪ ਕਰਦੇ ਨੇ, ਪਾਪ ਦਾ ਖਮਿਆਜਾ ਭੁਗਤਣਾ ਪਵੇਗਾ, ਇਹਨਾਂ ਦੇ ਉੱਪਰ ਵੀ ਵਿਪਤਾ ਪਵੇਗੀ। ਵਿਪਤਾ ਪੈਂਦੀ ਰਹੀ, ਸੰਕਟ ਪੈਂਦਾ ਰਿਹਾ, ਕਦੇ ਕਿਸੇ ਦੇ ਘਰ ਵਿੱਚ ਲੜਾਈ ਹੋ ਜਾਣੀ, ਕਦੇ ਬਿਮਾਰੀ ਪੈ ਜਾਣੀ, ਕਦੇ ਕੋਈ ਝਗੜਾ ਪੈ ਜਾਣਾ। ਕਈ ਸਾਲ ਇਸ ਤਰ੍ਹਾਂ ਲੰਘ ਗਏ। ਫਿਰ ਲਾਹੌਰ ਦੇ ਲੋਕਾਂ ਨੇ ਇਕੱਠੇ ਹੋ ਕੇ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਉਸ ਵੇਲੇ ਵਿਚਾਰਿਆ ਵੀ ਸਾਡੀ ਚੌਥੀ ਜਿਹੜੀ ਜੋਤ ਹੈ ਗੁਰੂ ਰਾਮਦਾਸ ਜੀ, ਉਹਨਾਂ ਦਾ ਅਵਤਾਰ ਹੋ ਚੁੱਕਿਆ ਹੈ ਲਾਹੌਰ ਦੀ ਧਰਤੀ ਤੇ, ਜਿਨ੍ਹਾਂ ਦਾ ਨਾਮ ਭਾਈ ਜੇਠਾ ਜੀ ਹੈ। ਉਹਨਾਂ ਨੇ ਗੁਰਤਾ ਗੱਦੀ ਦੇ ਮਾਲਕ ਬਣਨਾ, ਇਸ ਕਰਕੇ ਉਹਨਾਂ ਦੇ ਨਗਰ ਨੂੰ ਬਚਾਉਣਾ ਚਾਹੀਦਾ, ਕਿਰਪਾ ਕਰਨੀ ਚਾਹੀਦੀ ਹੈ। ਤੇ ਸਤਿਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਦਕਾ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਬਚਨ ਕਹਿ ਕੇ ਪਹਿਲੇ ਸਰੂਪ ਦੇ ਬਚਨ ਜਿਹੜੇ ਸਾਨੂੰ ਵਾਪਸ ਲੈ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਕਾਹਦੇ ਵਾਸਤੇ? ਕਿ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਜਨਮ ਸਥਾਨ ਹੈ, ਜਨਮ ਨਗਰੀ ਇਹ ਸਥਾਨ ਨੇ ਬੰਨਾ ਹੈ। ਇਸ ਕਰਕੇ ਮਹਾਰਾਜ ਜੀਆਂ ਨੇ ਇਹ ਭਾਗ ਲਾਉਣ ਵਾਲੇ ਬਚਨ ਉੱਥੇ ਬਖਸ਼ਿਸ਼ ਕੀਤੇ। ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਤਾ ਜੀ ਸੋ ਬਾਬਾ ਹਰਦਾਸ ਮੱਲ ਜੀ ਔਰ ਮਾਤਾ ਦਇਆ ਕੌਰ ਜੀ, ਜਿਹੜੇ ਕਿ ਰਹਿੰਦੇ ਨੇ ਲਾਹੌਰ ਦੇ ਵਿੱਚ, ਇਹਨਾਂ ਦੇ ਘਰ ਦੇ ਵਿੱਚ 2 ਨਵੰਬਰ ਨੂੰ ਯਾਨੀ ਕਿ ਅੱਜ ਦੇ ਦਿਨ 1534 ਈਸਵੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ, ਅਵਤਾਰ ਧਾਰਿਆ। ਸਤਿਗੁਰੂ ਮਹਾਰਾਜ ਜੀ ਹਾਲੇ ਛੋਟੀ ਉਮਰ ਦੇ ਸਨ, ਕੇਵਲ 5 ਸਾਲ ਦੀ ਉਮਰ ਸੀ ਜਦੋਂ ਗੁਰੂ ਰਾਮਦਾਸ ਜੀਆਂ ਦੇ ਮਾਤਾ ਜੀ ਜਨਮ ਦੇਣ ਵਾਲੇ ਉਹ ਚੜ੍ਹਾਈ ਕਰ ਗਏ, ਸਰੀਰ ਛੱਡ ਗਏ ਅਤੇ ਫਿਰ ਆਪਣੇ ਪਿਤਾ ਦੇ ਕੋਲ ਰਹਿ ਕੇ ਹਾਲੇ 2 ਸਾਲ ਹੀ ਕੱਢੇ ਸਨ। ਮਾਤਾ ਪੂਰੀ ਹੋਇਆਂ ਨੂੰ 2 ਸਾਲ ਹੀ ਹੋਏ, ਹਾਲੇ 7 ਸਾਲ ਦੀ ਉਮਰ ਹੋਈ ਹੈ ਤੇ ਪਿਤਾ ਜੀ ਵੀ ਆਪਣਾ ਸਰੀਰ ਛੱਡ ਗਏ। ਮਾਤਾ ਪਿਤਾ ਦੋਨੇ ਹੀ ਚਲੇ ਗਏ ਅਤੇ ਫਿਰ ਸਤਿਗੁਰਾਂ ਨੂੰ ਉਹਨਾਂ ਦੇ ਨਾਨੀ ਅਤੇ ਨਾਨਾ ਜੀ, ਜੋ ਕਿ ਬਾਸਰਕੇ ਨਗਰ ਵਿੱਚ ਰਹਿੰਦੇ ਸਨ, ਉੱਥੇ ਲੈ ਕੇ ਆਏ। ਉਥੋਂ ਫਿਰ ਸੰਗਤਾਂ ਦੇ ਨਾਲ ਪ੍ਰੇਮ ਬਣਿਆ ਔਰ ਹੌਲੀ ਹੌਲੀ ਗੋਇੰਦਵਾਲ ਦੀ ਧਰਤੀ ਤੇ ਪਹੁੰਚੇ। ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਮੰਨਿਆ, ਸੇਵਾ ਵਿੱਚ ਰਹੇ ਅਤੇ ਬਚਨ ਨੂੰ ਕਮਾਇਆ। ਕਮਾ ਕੇ ਫਿਰ ਐਸੀਆਂ ਦਾਤਾਂ ਪ੍ਰਾਪਤ ਕੀਤੀਆਂ ਸਤਿਗੁਰਾਂ ਨੇ ਕਿ ਗੁਰੂ ਨਾਨਕ ਸਾਹਿਬ ਦੀ ਚੌਥੀ ਜੋਤ ਦੇ ਮਾਲਕ ਬਣੇ। ਔਰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਭਾਈ ਜੇਠਾ ਜੀ ਦਾ ਨਾਮ ਰੱਖਿਆ ਰਾਮਦਾਸ, ਵੀ ਇਹ ਰਾਮ ਦਾ ਦਾਸ ਹੈ। ਰਾਮ ਜੋ ਪਰਮੇਸ਼ਰ, ਇਹ ਉਸ ਦੇ ਦਾਸ ਨੇ, ਸੇਵਕ ਨੇ। ਇਹ ਨਾਮ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ। ਸੋ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤਾ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਸੰਸਾਰ ਵਿੱਚ ਆਏ ਅਤੇ ਗੁਰੂ ਬਣ ਕੇ ਤਖਤ ਦੇ ਉੱਪਰ ਸੁਸ਼ੋਭਿਤ ਹੋਏ। ਬੈਠਾ ਸੋਢੀ ਪਾਤਸ਼ਾਹੋ ਰਾਮਦਾਸ, ਸਤਿਗੁਰੂ ਕਹਾਵੈ ਪੂਰਨ ਤਾਲ ਕਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਹ ਗੁਰਬਾਣੀ ਦੇ ਬਚਨ ਨੇ। ਐਸੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ। ਤਿੰਨਾਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਮੁਆਫੀ ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸਾਉਣਾ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਦੇ ਦੀਵਾਨ ਦਾ ਸਮਾਂ 15 ਮਿੰਟ ਜਿਹੜਾ ਹੈ ਉਹ ਪਹਿਲਾਂ ਹੋ ਗਿਆ। ਸੋ ਸਮੇਂ ਦੇ ਮੁਤਾਬਕ ਮੌਸਮ ਦੇ ਹਿਸਾਬ ਦੇ ਨਾਲ ਹੁਣ 15 ਮਿੰਟ ਪਹਿਲਾਂ ਆਪ ਸੰਗਤਾਂ ਨੇ ਗੁਰਬਾਣੀ ਕਥਾ ਕੀਰਤਨ ਦੀਆਂ ਦਾਤਾਂ ਸਰਵਣ